खुदा दे जिंदा जलाली बबरकत नाम विच सारिਆਂ ਦੀ सलामती होवे। खुदा दे कलाम च लिखिया, मैं खुश हाँ जदों मैनूं आखण लगे कि आओ यहोवा दे घर चलीए। अज जिन्ने भी असीं इस मीटिंग विच आए हैं, ਜਿਹੜੇ खुश आ वो अपनी खुशी खुदा नूं दसीए, खुदा दे लई क्लैपिंग करिए, मेरे लिए नहीं खुदा दे लई क्लैपिंग करिए, ਉਹਦੇ कलाम ਲਈ क्लैपिंग करिए, खुशी ਦਾ इजहार करिए। मेरे वालों सारे सलाम आदाब JMC दी गुड मॉर्निंग। मेरे अजीजो अज खुदा ने एक बार फिर मैनूं मौका दिता कि असीं कुछ समा खुदा दे कोलों कुछ सीखीए। अज मैं बहुत सारे पास्टर आउंदे आ, वो कहंदे असीं अज एक क्वेश्चन अज दी इस मीटिंग नूं शुरू करांगे और मैं एक छोटा जिहा क्वेश्चन तुहानूं पुछांगा, बहुत औखा नहीं सौखा, सारे बिल्कुल सौखा, छोटे बच्चे भी जानते उस क्वेश्चन नूं। मैं अज पुछूंगा तुहानूं सारिआं नूं भी अज रोजा किहनवां आ? पता सानूं सारिआं नूं भी रोजे चलदे आ। अज किहमा रोजा वो दसोगे सारे जणे अपना अपना दसांगे भी अज किहनवां रोजा? चौथा रोजा है, चौथा रोजा है आज जी। तरसेम साहब? हाँ जी, चौथा रोजा आज, चौथा। मुझे नहीं पता था, और कोई बताया तो पता चल गया। और कोई सलीमा? रोजा तो चौथा है लेकिन मैंने रखे 2 हैं। कोई गल नहीं, मैं ये नहीं पूछा मैं तो असीं किन्ने रखे आ, सिर्फ मैं पुछदा भी किहमा रोजा। अच्छा मैं नहीं दसना भी अज रोजा किहमा, तुसीं अपने अपने उंगलियां ते काउंट करो। 5 तरीक नूं पहला रोजा सी, अज 9 तरीक आ, काउंट करो किन्ने बने, जल्दी 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 जल्दी। 5 6 7 8 9 अज किहमा रोजा हो गया? जल्दी जल्दी देखांगे। 5 तरीक नूं राख वाला रोजा सी पहला, किन्नवां हो गया तरसेम साहब? 3 बने सर, ਉਹਦੇ ਹਿਸਾਬ ਨਾਲ 3 ਬਣੇ। राख वाला एक बुधवार नूं 5 तरीक नूं, फिर 6 तरीक नूं, फिर 7 तरीक नूं, फिर 8 तरीक नूं, अज हैगी 9 तरीक। ਅੱਜ ਛੁੱਟੀ ਹੈ, अज छुट्टी। मैं तुहानूं दसना क्लीयर करना, छुट्टी है रोजा तो अज 5वां ही सी जी, हुंदा तां जी जी। ਇਹ ਮੈਂ ਤਾਂ ਪੁੱਛਿਆ ਸਾਰਿਆਂ ਨੂੰ ਵੀ ਆਪਾਂ ਨੂੰ ਹਨਾ ਜਿੰਨੇ ਅਸੀਂ ਅੱਜ ਮੀਟਿੰਗ ਦੇ ਵਿੱਚ ਆਏ ਆ ਸਾਰਿਆਂ ਨੂੰ ਆਪਾਂ ਕਲੀਅਰ ਕਰਕੇ ਜਾਵਾਂਗੇ। ਅੱਜ ਅਸਲ ਦੇ ਵਿੱਚ ਅੱਜ ਦਾ ਜਿਹੜਾ ਦਿਨ ਆ ਖੁਦਾ ਨੇ ਮੈਨੂੰ ਹੀ ਕਿਉਂ ਦਿੱਤਾ। ਅੱਜ ਦਾ ਦਿਨ ਪਾਸਟਰ ਤਰਸੇਮ ਸਾਹਿਬ ਦਾ ਸੀਗਾ, ਇਹਨਾਂ ਨੇ ਸੈਚਰਡੇ ਮੈਨੂੰ ਦਿਨ ਦਿੱਤਾ ਸੀਗਾ ਔਰ ਖੁਦਾ ਨੇ ਉਸ ਦਿਨ ਨੂੰ ਸੰਡੇ ਦੇ ਵਿੱਚ ਮੈਨੂੰ ਤਬਦੀਲ ਕਰਕੇ ਦਿੱਤਾ ਔਰ ਇਹਦੇ ਇੱਕ ਰੀਜ਼ਨ ਆ। ਅਸੀਂ ਜਦੋਂ ਸਵੇਰੇ ਆਪਾਂ ਮੀਟਿੰਗ ਸ਼ੁਰੂ ਕੀਤੀ ਆ, ਮੈਂ ਗਰਮ ਪਾਣੀ ਕਰਕੇ ਲਿਆ, ਕੋਈ ਮੇਰੀ ਸਿਹਤ ਅੱਜ ਠੀਕ ਨਹੀਂ, ਮੈਂ ਏਦਾਂ ਪਾਣੀ ਪੀਣ ਲੱਗਾ, ਤਰਸੇਮ ਸਾਹਿਬ ਕਹਿੰਦੇ ਇਹਨੇ ਲਿਖ ਕੇ ਭੇਜਿਆ ਰੋਜਾ ਨਹੀਂ ਅੱਜ? ਮੈਂ ਇਹਨਾਂ ਨੂੰ ਕਿਹਾ ਨਹੀਂ, ਫਿਰ ਇਹਨਾਂ ਨੇ ਲਿਖ ਕੇ ਭੇਜਿਆ ਮੈਨੂੰ ਇੱਥੇ ਸਾਹਮਣੇ ਵੀ ਅੱਜ ਆਫ ਆ। ਐਕਚੁਅਲੀ ਅੱਜ ਰੋਜੇ ਅਸੀਂ ਸਾਰਿਆਂ ਨੇ ਘੱਟ ਤੋਂ ਘੱਟ 6-7 ਦਿਨ ਹੋ ਗਿਆ ਸੀ ਪਿਛਲੇ ਹਫਤੇ ਤੋਂ ਰੋਜੇ ਦੇ ਬਾਰੇ ਜੇ ਸਿੱਖਦੇ ਆਏ। ਜਿਹੜਾ ਮੇਰੇ ਅਜੀਜੋ ਇੱਕ ਮੈਂ ਗੱਲ ਇੱਥੇ ਕਲੀਅਰ ਕਰਕੇ ਜਾਵਾਂ, ਜਿਹੜੇ ਅਸੀਂ 40 ਰੋਜੇ ਜਿਹੜਾ ਵੀ ਰੱਖਦਾ, ਜਿਹੜੇ ਇਹ 40 ਰੋਜੇ ਕਹਿੰਦੇ ਇਹਨਾਂ ਦੇ ਵਿੱਚ ਸੰਡੇ ਦਾ ਰੋਜਾ ਨਹੀਂ ਆਉਂਦਾ, ਕਿਉਂਕਿ ਸੰਡੇ ਨੂੰ ਰੋਜਾ ਹੀ ਨਹੀਂ ਹੁੰਦਾ। ਇੱਕ ਦਿਨ ਖੁਦਾਬੰਦ ਨੇ ਆਪਣੇ ਲਈ ਰੱਖਿਆ, ਉਹ ਸਬਤ ਦਾ ਦਿਨ ਹੈ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਆ, ਸਾਰੇ ਖੁਦਾ ਦੇ ਨਾਮ ਨੂੰ ਜਲਾਲ ਦਿੰਦੇ ਆ। ਉਸ ਦਿਨ ਕੋਈ ਰੋਜਾ ਨਹੀਂ ਹੁੰਦਾ, ਜਿਹੜਾ ਰੱਖਦਾ ਉਹਦੀ ਆਪਣੀ ਸੋਚ ਆ, ਮੇਰੀ ਨਹੀਂ। ਕਿਉਂਕਿ ਜਿੱਥੇ ਤੱਕ ਮੈਨੂੰ ਖੁਦਾ ਨੇ ਸਮਝਾਇਆ ਵੀ ਸੰਡੇ ਵਾਲਾ ਰੋਜਾ, ਜੇ ਅਸੀਂ ਇਹਨਾਂ 40 ਦਿਨਾਂ 'ਚ ਸੰਡੇ ਵਾਲਾ ਰੋਜਾ ਨਹੀਂ ਨਾ ਰੱਖਦੇ ਤੇ ਬਾਕੀ ਦਿਨਾਂ 'ਚ ਵੀ ਨਹੀਂ ਰੱਖਣਾ ਚਾਹੀਦਾ। ਬਾਕੀ ਜਿਹੜੇ ਰੱਖਦੇ ਆ ਬਹੁਤ ਵਧੀਆ, ਮੈਂ ਨਹੀਂ ਕਹਿੰਦਾ ਮੈਂ ਰੱਖਣਾ ਹੀ ਨਹੀਂ ਚਾਹੀਦਾ। ਐਕਚੁਅਲੀ ਅੱਜ ਨਹੀਂ, ਅੱਜ ਤੋਂ ਪਹਿਲਾਂ 4 ਰੋਜੇ ਬੀਤ ਚੁੱਕੇ ਆ। ਅੱਜ ਦਾ ਰੈਸਟ ਵਾਲਾ ਦਿਨ ਆ, ਕੱਲ ਨੂੰ 5ਵਾਂ ਰੋਜਾ। ਔਰ ਦੂਸਰੀ ਗੱਲ, ਅੱਜ ਅਸੀਂ ਖੁਦਾ ਦੇ ਕਲਾਮ ਵਿੱਚੋਂ ਕੁਝ ਸਿੱਖਾਂਗੇ। ਅਸੀਂ ਇੰਨੇ ਦਿਨਾਂ 'ਚ ਸਿੱਖਦੇ ਆਏ ਆ ਵੀ ਆਹ ਕਿੱਦਾਂ। ਅੱਜ ਖੁਦਾ ਨੇ ਜਿੱਥੇ ਤੱਕ ਮੈਨੂੰ ਸਮਝਾਇਆ, ਜਾਣੀ ਮੈਨੂੰ ਜਿਹੜੇ ਲਫ਼ਾਜ਼ ਦਿੱਤੇ ਨੇ, ਅੱਜ ਮੇਰੇ ਨਾਲ ਸਾਰੇ ਜਣੇ ਮਿਲ ਕੇ ਖੋਲਾਂਗੇ ਆਪਣੀਆਂ ਪਵਿੱਤਰ ਬਾਈਬਲਾਂ ਨੂੰ। ਸੰਤ ਮੱਤੀ ਦੀ ਅੰਜੀਲ ਉਹਦਾ 9 ਨੰਬਰ ਅਧਿਆਏ, ਉਹਦੀ 14 ਤੇ 15 ਆਇਤ ਤੋਂ ਅੱਜ ਆਪਾਂ ਕੁਝ ਸਿੱਖਾਂਗੇ, ਕਿਉਂਕਿ ਖੁਦਾ ਸਾਡੇ ਨਾਲ ਗੱਲ ਕਰਦਾ। ਖੁਦਾ ਦਾ ਕਲਾਮ 2 ਧਾਰੀ ਤਲਵਾਰ ਆ ਔਰ ਸੱਚਮੁੱਚ ਮੇਰੇ ਅਜ਼ੀਜ਼ੋ ਇਹ ਮੈਂ ਕੋਈ ਫਨਕਾਰ ਨਹੀਂ, ਮੈਨੂੰ ਐਡਾ ਕੋਈ ਆਉਂਦਾ ਨਹੀਂ, ਮੈਂ ਤਾਂ ਤੁਹਾਡੇ ਤੋਂ ਸਿੱਖ ਕੇ ਅੱਗੇ ਤਾਂ। ਔਰ ਖੁਦਾ ਦਾ ਸ਼ੁਕਰ ਆ ਜੋ ਕੁਝ ਵੀ ਖੁਦਾ ਨੇ ਮੇਰੇ ਦਿਲ 'ਚ ਪਾਇਆ ਮੈਂ ਤੁਹਾਨੂੰ ਬਿਆਨ ਕਰ ਸਕਦਾ ਕਿ ਜੋ ਵੀ ਖੁਦਾ ਮੈਨੂੰ ਹਦਾਇਤ ਕਰਦਾ। ਔਰ ਅਸੀਂ ਆਪਣੀਆਂ ਪਵਿੱਤਰ ਬਾਈਬਲਾਂ ਨੂੰ ਖੋਲਾਂਗੇ
ਪਰ ਜਿਹੜਾ ਜਿਹੜਾ ਵੀ ਮੇਰੇ ਨਾਲ ਮਿਲ ਕੇ ਜੇ ਅੱਜ ਹੈ ਨਾ, ਜਿੰਨੇ ਅਸੀਂ ਬੈਠੇ ਆ, ਜਿਨ੍ਹਾਂ ਦੀ ਮਜਬੂਰੀ ਹੈਗੀ ਆ, ਉਹ ਕੈਮਰੇ ਬੰਦ ਰੱਖੋ। ਜਿਨ੍ਹਾਂ ਦੀਆਂ ਮਜਬੂਰੀਆਂ, ਉਹ ਕੈਮਰੇ ਬੰਦ ਰੱਖੋ, ਕੋਈ ਗੱਲ ਨਹੀਂ। ਅਸੀਂ ਤਰਸੇਮ ਸਾਹਿਬ ਨਾਲ ਮਿਲ ਕੇ ਪੜਾਂਗੇ, ਜਾਂ ਜਿਹੜਾ ਵੀ ਉਰਦੂ ਚ ਪਹਿਲਾਂ ਪੜਾਂਗੇ ਸੰਤ ਮੱਤੀ ਦੀ ਅੰਜੀਲ, ਉਹਦਾ 9 ਨੰਬਰ ਅਧਿਆਏ, ਉਹਦੀ 14 ਤੇ 15 ਨੰਬਰ ਆਇਤ ਨੂੰ ਅਸੀਂ ਖੁਦਾ ਅੱਜ ਸਾਨੂੰ ਕੀ ਸਮਝਾਉਣ ਨੂੰ ਨੇ। ਅੱਜ ਜਦੋਂ ਅਸੀਂ ਰੋਜ਼ਾ, ਜਿਹਨੂੰ ਰਾਤੀ ਇੰਨੇ ਕਲੀਅਰ ਕੱਟ ਦੇ ਵਿੱਚ ਪਾਸਟਰ ਸਰਵਰ ਮਕਸੂਦ ਸਾਹਿਬ ਉਹਨਾਂ ਨੇ ਸਿਖਾਇਆ ਸੀ, ਇਹਨੂੰ ਉਰਦੂ ਚ ਜਾਂ ਇਬਰਾਨੀ ਭਾਸ਼ਾ ਦੇ ਵਿੱਚ ਸੋਮ ਕਹਿੰਦੇ ਆ। ਅਸੀਂ ਵੀ ਉੱਥੇ ਸਬਤ ਸੋਮ, ਸਬਤ ਦਾ ਮਤਲਬ ਦਿਨ, ਸੋਮ ਦਾ ਮਤਲਬ ਰੋਜ਼ਾ। ਅੱਜ ਰੋਜ਼ੇ ਦਾ ਦਿਨ, ਜਿਹਦਾ ਰੋਜ਼ੇ ਸ਼ੁਰੂ ਹੈ, ਰੋਜ਼ੇ ਦਾ ਨਾਮ ਐਤਵਾਰ ਦਾ ਰੋਜ਼ਾ ਨਹੀਂ। ਅਸੀਂ ਦੇਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ ਜੀ। मत्ती की अंजील उसका 9 बाब और उसकी 15 आयत में यूं लिखा है, ये 14 आयत 14 आयत जी, 14 ते 15। ओके, उसमें मत्ती की अंजील 9 बाब 14 और 15 आयत में यूं लिखा है, उस वक्त यूहन्ना, जी जी जी, उस वक्त यूहन्ना के शागिर्दों ने उसके पास आकर कहा, क्या सबब है कि हम उस वक्त यूहन्ना के शागिर्दों ने उसके पास आकर कहा, क्या सबब है कि हम और फरीसी तो अक्सर रोजा रखते हैं और तेरे शागिर्द रोजा नहीं रखते। यीशु ने उनसे कहा, क्या बाराती जब तक दुल्हा उनके साथ है मातम कर सकते हैं? मगर वो दिन आएंगे कि दुल्हा उनसे जुदा किया जाएगा, उस वक्त वो रोजा रखेंगे। खुदा उनका कलाम पढ़ा सुना जाना हम सबके लिए बरकत का बाइस हो। आमीन। थैंक यू। खुदा ਤੁਹਾਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਅਸੀਂ ਇਸ 14 ਆਇਤ ਵਿੱਚੋਂ ਥੋੜਾ ਜਿਹਾ ਸਿੱਖਾਂਗੇ। ਖੁਦਾ ਦੇ ਕਲਾਮ 'ਚ ਲਿਖਿਆ, ਜਿਹੜੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਿਹੜੇ ਚੇਲੇ ਸੀਗੇ, ਜਿਹੜੇ ਸ਼ਾਗਿਰਦ ਸੀਗੇ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆ ਕੇ ਇੱਕ ਕੁਐਸਚਨ ਕੀਤਾ, ਕੁਝ ਪੁੱਛਿਆ। ਅੱਜ ਵੀ ਅਸੀਂ ਬਹੁਤ ਸਾਰੇ ਲੋਕ ਆ, ਅੱਜ ਜਿੱਦਾਂ ਅੱਜ ਮੈਂ ਇਹ ਕੁਐਸਚਨ ਇਸ ਕਰਕੇ ਕੀਤਾ, ਅਸੀਂ ਜਿੰਨੇ ਖੁਦਾ ਦੀ ਹਜ਼ੂਰੀ 'ਚ ਬੈਠੇ ਆ ਨਾ, ਸਾਨੂੰ ਪਤਾ ਹੋਣਾ ਚਾਹੀਦਾ ਵੀ ਅੱਜ ਕੈਮਾ ਰੋਜ਼ਾ ਤੇ ਅਸੀਂ ਕਿੱਥੇ ਗਏ। ਕੋਈ ਔਡਾ ਔਖਾ ਸਵਾਲ ਨਹੀਂ ਪੁੱਛਿਆ ਜੀ, ਉਹ ਆ ਕਿੱਦਾਂ ਹੋ ਗਈ, ਫਿਰ ਇਹਦਾ ਇਦਾਂ ਹੋ ਗਿਆ, ਇਹਦਾ ਇਦਾਂ, ਕਿਉਂਕਿ ਆਪਾਂ ਜਨਰਲ ਨੌਲੇਜ, ਆਮ ਜਿਹੜੀਆਂ ਗੱਲਾਂ, ਮੈਂ ਤਾਂ ਆਮ ਹੀ ਗੱਲਾਂ ਕਰਨਾ, ਕਿਉਂਕਿ ਸਾਦਾ ਰੱਖਦਾ, ਕਿਉਂਕਿ ਸਾਦੀ ਗੱਲ ਹਰ ਇੱਕ ਨੂੰ ਪਸੰਦ ਆਉਂਦੀ ਆ। ਔਰ ਹਰ ਸਾਦੀ ਸਬਜ਼ੀ ਹੋਵੇ ਉਹ ਵੀ ਸਾਰਿਆਂ ਨੂੰ ਪਸੰਦ ਆਉਂਦੀ ਆ, ਸਾਦਾ ਸਾਲਣ ਹੋਵੇ ਸਾਰਿਆਂ ਨੂੰ ਪਸੰਦ ਆਉਂਦਾ, ਸਾਦੀ ਰੋਟੀ ਹੋਵੇ ਸਾਰਿਆਂ ਨੂੰ ਪਸੰਦ ਆਉਂਦੀ ਆ। ਔਰ ਐਸੇ ਤਰੀਕੇ ਨਾਲ ਖੁਦਾ ਦੀ ਇਹ ਜਿਹੜੀ ਖਾਣਾ ਆ, ਇਹ ਖੁਦਾ ਦੀ ਗੁਜ਼ਾ ਆ, ਇਹ ਵੀ ਸਾਦੀ ਹੋਵੇ ਤੇ ਸਾਰਿਆਂ ਨੂੰ ਬਿਲਕੁਲ ਪਸੰਦ ਆਉਂਦੀ ਆ। ਇੱਥੇ ਖੁਦਾ ਦਾ ਕਲਾਮ ਸਾਨੂੰ ਦੱਸਦਾ, ਕਹਿੰਦਾ ਤਦ ਯੂਹੰਨਾ ਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਉਹਨੂੰ ਕਿਹਾ, ਪੰਜਾਬੀ 'ਚ ਲਿਖਿਆ ਕਿ ਕੀ ਕਾਰਨ ਆ ਕਿ ਅਸੀਂ ਅਤੇ ਫਰੀਸੀ ਬਹੁਤ ਵਰਤ ਰੱਖਦੇ ਆ, ਪਰ ਤੇਰੇ ਚੇਲੇ ਵਰਤ ਨਹੀਂ ਉਹ ਰੱਖਦੇ। ਕਿੰਨੇ ਵਰਤ ਰੱਖਦੇ ਜੀ? ਕਿਤੇ ਵੀ ਅਸੀਂ ਏਦਾਂ ਨਹੀਂ ਪੜ੍ਹਦੇ ਵੀ 40 ਵਰਤ ਰੱਖੇ ਜਾਂ 40 ਰੋਜ਼ੇ ਰੱਖੇ, ਅਸੀਂ ਕਿਤੇ ਵੀ। ਜੇ ਅਸੀਂ ਮੂਸਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਲਿਖਿਆ ਮੂਸਾ 40 ਦਿਨ ਉਹਨੇ ਨਾ ਕੁਝ ਖਾਧਾ ਨਾ ਪੀਤਾ, ਉੱਥੇ ਮੂੰਹ ਤੇ ਮੂੰਹ ਡਿੱਗਿਆ ਰਿਹਾ। ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਉਹਨਾਂ ਨੇ 40 ਦਿਨ ਨਾ ਕੁਝ ਖਾਧਾ ਨਾ ਪੀਤਾ। ਅਸੀਂ ਅੱਜ ਜਿਹੜੇ ਰੋਜ਼ੇ ਰੱਖਦੇ ਆ ਇਹ 47 ਹੋ ਜਾਂਦੇ ਆ, ਕਈ ਵਾਰੀ 46, ਕਈ ਵਾਰੀ 47, ਕਿਉਂਕਿ 5 ਤਰੀਕ ਤੋਂ ਲੈ ਕੇ ਹੁਣ ਅਪ੍ਰੈਲ ਦੀ 18 ਤਰੀਕ ਤੱਕ ਜਾ ਹਿਸਾਬ ਲਾ ਲਿਓ, ਗਿਣਤੀ ਕਰ ਲਿਓ, ਇਹਦੇ ਵਿੱਚ ਸੰਡੇ ਉਹ ਨਹੀਂ ਕੱਢ ਦਿੱਤਾ, ਕਿਉਂਕਿ ਇਹ ਅਸੀਂ ਬਣਾਈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਅਸੀਂ ਬਣਾਈਆਂ, ਅਸੀਂ ਆਪਣੇ ਤਰੀਕੇ ਨਾਲ ਕਰਦੇ ਹਾਂ। ਇਹ ਖੁਦਾ ਨੇ ਸਾਡੇ ਲਈ, ਆਪਾਂ ਬਿਲਕੁਲ ਕਲੀਅਰ ਸਿੱਖਾਂਗੇ। ਜੇ ਅੱਜ ਨਾ ਕਲੀਅਰ ਹੋਇਆ ਕੋਈ ਗੱਲ ਨਹੀਂ, ਅਗਲੀ ਵਾਰ ਜਦੋਂ ਮੈਨੂੰ ਸਮਾਂ ਮਿਲਿਆ। ਔਰ ਜਿਨ੍ਹਾਂ ਨੇ ਸਿੱਖਣਾ ਉਹ ਇਹਦੇ ਨਾਲ ਜੁੜੇ ਰਹੋ ਅਗਲੇ ਐਪੀਸੋਡ ਲਈ, ਕਿਉਂਕਿ ਅੱਜ ਮੈਂ ਪਹਿਲੇ ਕਹਿ ਕੇ ਜਾਣਾ ਵੀ ਅਗਲਾ ਜਿਹੜਾ ਪਾਰਟ ਆਪਾਂ ਸਾਰਾ ਸਿੱਖਾਂਗੇ ਇਸ ਗੱਲ ਨੂੰ ਕਿ ਅਸਲ 'ਚ ਰੋਜ਼ੇ ਲਈ ਖੁਦਾ ਨੂੰ, ਪ੍ਰਭੂ ਯਿਸੂ ਮਸੀਹ ਨੂੰ ਅਸੀਂ ਆਪਣੇ ਇੱਕ ਦੂਜੇ ਨੂੰ ਪੁੱਛਦੇ ਹਾਂ। ਸਾਡੇ 'ਚ ਸੀਨੀਅਰ ਸਰਵਰ ਮਕਸੂਦ ਸਾਹਿਬ ਆ, ਅਸੀਂ ਉਹਨਾਂ ਨੂੰ ਕਈ ਵਾਰੀ ਪੁੱਛ ਲੈਂਦੇ ਹਾਂ, ਜਾਂ ਡਾਕਟਰ ਰਸ਼ੀਦ ਗੱਲ ਸਾਹਿਬ ਆ, ਅਸੀਂ ਉਹਨਾਂ ਨੂੰ ਕਈ ਵਾਰੀ ਪੁੱਛ ਲੈਂਦੇ ਹਾਂ, ਜੀ ਡਾਕਟਰ ਸਾਹਿਬ ਆ ਕਿੱਦਾਂ, ਆ ਇੱਥੇ ਆ ਸਾਨੂੰ ਸਮਝ ਨਹੀਂ ਆਈ, ਇੱਦਾਂ ਬਹੁਤ ਵਾਰੀ ਬਹੁਤ ਗੱਲਾਂ ਇੱਦਾਂ ਦੀਆਂ ਮੈਂ ਇੰਟਰਨੈਟ ਦੇ ਉੱਤੇ ਜਿਹੜਾ ਸਰਮਨ ਦਿੰਦਾ ਹੁੰਦਾ, ਮੈਂ ਉਹਨੂੰ ਕੁਐਸਚਨ ਕਰਕੇ ਪੁੱਛ ਲੈਣਾ, ਜੀ ਸਰ ਜੀ ਇੱਥੋਂ ਸਮਝ ਨਹੀਂ ਲੱਗੀ, ਇਹਨੂੰ ਮਾੜਾ ਜਿਹਾ ਕਲੀਅਰ ਕਰੋ, ਉਹ ਫਿਰ ਕਲੀਅਰ ਕਰਦੇ ਨੇ। ਔਰ ਇੱਥੇ ਯੂਹੰਨਾ ਬਪਤਿਸਮਾ ਦੇਣ ਵਾਲਾ ਜਿਹੜਾ ਉਹਦੇ ਚੇਲੇ ਸੀਗੇ, ਉਹਨਾਂ ਨੇ ਪ੍ਰਭੂ ਕੋਲ ਆਣ ਕੇ ਕਿਹਾ, ਕਹਿੰਦਾ ਅਸੀਂ ਵੀ ਬਹੁਤ ਵਰਤ ਰੱਖਦੇ ਹਾਂ, ਫਰੀਸੀ ਵੀ ਬਹੁਤ ਵਰਤ ਰੱਖਦੇ, ਪਰ ਤੇਰੇ ਚੇਲੇ ਰੱਖਦੇ ਹੀ ਨਹੀਂ।
ਇੱਥੇ ਆਪਾਂ ਜਦੋਂ ਦੇਖਦੇ ਆ ਜਿੱਥੇ ਜਿੱਥੇ ਵੀ ਵਰਤ ਦੀ ਗੱਲ ਹੋਈ ਆ ਉੱਥੇ ਇਹ ਨਹੀਂ ਹੋਇਆ, ਰੋਜ਼ਾ ਕਿਤੇ ਵੀ ਨਹੀਂ ਲਿਖਿਆ। ਜੇ ਆਪਾਂ ਰੋਜ਼ਿਆਂ ਦੀ ਗੱਲ ਕਰਾਂਗੇ ਉਹ ਹੌਲੀ ਹੌਲੀ ਆਪਾਂ ਸਿੱਖਾਂਗੇ। ਪੂਰੀ ਬਾਈਬਲ ਦੇ ਵਿੱਚ ਅਸਲ ਜਿੱਥੇ ਲਿਖਿਆ ਰੋਜ਼ੇ ਆ ਉਹ ਕਿੱਥੇ ਲਿਖਿਆ ਔਰ ਕਿੰਨੇ ਰੋਜ਼ੇ। ਪਰ ਇੱਥੇ ਖੁਦਾ ਪ੍ਰਭੂ ਯਿਸੂ ਮਸੀਹ ਨੂੰ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਪੁੱਛਿਆ, ਕਹਿੰਦਾ ਤੇਰੇ ਚੇਲੇ ਤਾਂ ਰੋਜ਼ਾ ਰੱਖਦੇ ਹੀ ਨਹੀਂ। ਜੇ ਅੱਜ ਅਸੀਂ ਸਿਸਟਰ ਸਲੀਮਾ ਇੰਨੀ ਇਮਾਨਦਾਰ ਨੇ ਖੁਦਾ ਦੇ ਨਾਲ, ਉਹਨਾਂ ਨੇ ਕਿਹਾ ਭਾਵੇਂ 4 ਰੋਜ਼ੇ ਹੋ ਚੁੱਕੇ ਨੇ ਪਰ ਮੈਂ 2 ਰੱਖੇ ਨੇ। ਸ਼ੁਕਰ ਆ ਖੁਦਾ ਦਾ, ਇਹ 2 ਰੋਜ਼ਿਆਂ ਲਈ ਉਹਨਾਂ ਨੂੰ ਖੁਦਾ ਬਰਕਤ ਦੇਵੇ। ਰਾਤੀ ਸਾਡੇ ਸੀਨੀਅਰ ਪਾਸਟਰ ਸਰਵਰ ਮਕਸੂਦ ਸਾਹਿਬ ਦੱਸ ਰਹੇ ਸੀ ਵੀ ਜਿਹੜਾ ਰੋਜ਼ਾ ਆ ਉਹ ਸਾਨੂੰ ਕਿਸੇ ਮਕਸਦ ਲਈ ਰੱਖਣ ਦੀ ਲੋੜ ਆ। ਇਹ ਨਹੀਂ ਬਿਨਾਂ ਮਕਸਦ ਤੋਂ ਅਸੀਂ ਰੋਜ਼ਾ ਰੱਖ ਲਿਆ ਜੀ ਅੱਜ ਸਾਡਾ ਰੋਜ਼ਾ, ਅੱਜ ਸਾਡਾ ਰੋਜ਼ਾ, ਸਾਡਾ ਰੋਜ਼ਾ ਨਹੀਂ, ਉਹਦੇ ਲਈ ਰੀਜ਼ਨ ਹੋਣਾ ਚਾਹੀਦਾ। ਇੱਥੇ ਖੁਦਾਬੰਦ ਨੇ ਜਵਾਬ ਦਿੱਤਾ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ, ਕਹਿੰਦਾ ਯਿਸੂ ਨੇ ਉਹਨਾਂ ਨੂੰ ਆਖਿਆ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਆ। ਹੁਣ ਅਸੀਂ ਬਰਾਤ ਜਾਂਦੇ ਆ ਸਾਰੇ ਜਣੇ, ਜੇ ਲਾੜਾ ਬਰਾਤ ਦੇ ਵਿੱਚ ਨਾ ਹੋਵੇ ਤਾਂ ਬਰਾਤ ਹੁੰਦੀ ਜੀ ਤਰਸੇਮ ਸਾਹਿਬ? ਫਿਰ ਬਰਾਤ ਹੁੰਦੀ? ਬਰਾਤ ਤਾਂ ਉਦੋਂ ਹੀ ਸੱਜਦੀ ਆ ਜਦੋਂ ਲਾੜਾ ਨਾਲ ਹੋਵੇ। ਹੁਣ ਜੇ ਸਰਮਨ ਦੇਣ ਵਾਲਾ ਹੀ ਨਾ ਹੋਵੇ ਤਾਂ ਸਾਡੀ ਸਾਰੀ ਕਲੀਸਿਆ ਦਾ ਫਿਰ ਤਾਂ ਅਸੀਂ ਗੀਤ ਗਾ ਕੇ ਮੁੜਨਾ। ਹੁਣ ਜੇ ਕੱਲਾ ਸਰਮਨ ਦੇਣ ਵਾਲਾ ਆਪਣਾ ਕੈਮਰਾ ਖੋਲ ਕੇ ਬੈਠਾ ਹੋਵੇ, ਬਾਕੀ ਭਾਵੇਂ ਜੋ ਮਰਜ਼ੀ ਕਰਨ, ਫਿਰ ਤਾਂ ਤੁਹਾਡੀ ਆਪਣੀ ਸੋਚ ਆ। ਅੱਜ ਖੁਦਾ ਕਹਿੰਦਾ, ਜੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਆ, ਉਹਨੇ ਆਖਿਆ ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਆ ਤਾਂ ਉਹ ਕਿੱਦਾਂ ਰੋਜ਼ਾ ਰੱਖ ਸਕਦੇ? ਜਿੰਨਾ ਚਿਰ ਖੁਦਾਬੰਦ ਸਾਡੇ ਨਾਲ ਆ। ਇੱਥੇ ਇੱਕ ਗੱਲ ਕਲੀਅਰ ਹੁੰਦੀ ਆ, ਜਿਹੜੇ ਕਹਿੰਦੇ ਆ ਸਾਡੇ ਨਾਲ ਖੁਦਾਬੰਦ ਪ੍ਰਭੂ ਯਿਸੂ ਮਸੀਹ ਆ, ਉਹਨਾਂ ਨੂੰ ਰੋਜ਼ਾ ਰੱਖਣ ਦੀ ਲੋੜ ਆ? ਮੈਂ ਨਹੀਂ ਇਹਦੇ ਵਿੱਚ ਤੁਸੀਂ ਜਵਾਬ ਦੇਣਾ, ਆਪਣੇ ਦਿਲਾਂ ਨੂੰ ਆਪਣੇ ਕਲੀਅਰ ਕਰਨਾ ਤੁਸੀਂ। ਮੈਂ ਨਹੀਂ ਕਹਿੰਦਾ, ਆ ਤੁਹਾਡੇ ਤੇ ਛੱਡਤਾ। ਖੁਦਾ ਦਾ ਕਲਾਮ ਸਾਨੂੰ ਸਾਫ਼ ਗੱਲ ਕਰਦਾ, ਜੋ ਗੱਲ ਕਰਦਾ ਉਹ ਹੁਣ ਤੁਸੀਂ ਸਿੱਖ ਕੇ ਜਾਣੀ ਆ ਕਿ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੈਂ ਆਪਣੇ ਕੋਲੋਂ ਨਹੀਂ ਕਦੇ ਵੀ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਵੀ ਮੈਂ ਜੋ ਕੁਝ ਕਹਿਣਾ, ਜੋ ਖੁਦਾ ਦਾ ਕਲਾਮ ਮੈਨੂੰ ਕਹਿੰਦਾ ਮੈਂ ਉਹੀ ਕਹਿਣਾ। ਪਰ ਇਹ ਸੱਚ ਤੇ ਕੱਚ ਸਦਾ ਚੁੱਭਣਾ ਹੀ ਆ। ਬਹੁਤ ਸਾਰੇ ਲੋਕਾਂ ਨੂੰ ਚੁੱਭਣਾ ਆ, ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਣੀ ਇਸ ਗੱਲ ਦੀ ਬਈ ਇਹ ਪਾਸਟਰ ਏਦਾਂ ਬੋਲਦਾ, ਇਹ ਏਦਾਂ ਬੋਲਦਾ, ਕਿਉਂਕਿ ਮੈਨੂੰ ਖੁਦਾ ਕਹਿੰਦਾ ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਣੀ ਚਾਹੀਦੀ। ਮੈਨੂੰ ਭਾਵੇਂ ਸ਼ਲੋਕ ਟੀਵੀ ਤੇ ਮੌਕਾ ਮਿਲੇ ਚਾਹੇ ਨਾ ਮਿਲੇ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਪਰ ਜਿੰਨਾ ਚਿਰ ਮੌਕਾ ਮਿਲੂਗਾ ਇਹ ਸੱਚ ਹੀ ਬੋਲਣਾ, ਭਾਵੇਂ ਚੁੱਭੇ ਚਾਹੇ ਨਾ ਚੁੱਭੇ। ਔਰ ਜੇ ਆਪਣੀ ਜਿਹੜੀ ਦਵਾਈ ਆ ਨਾ, ਦਵਾਈ ਜੇ ਆਪਾਂ ਜ਼ਖਮ ਦੇ ਉੱਤੇ ਮਲਮ ਲਾਉਨੇ ਆ, ਜੇ ਉਹ ਚੁੱਭੇ ਨਾ ਉਹ ਠੀਕ ਹੋਣਾ, ਜੇ ਲੜੇ ਨਾ ਉਹ ਠੀਕ ਨਹੀਂ ਹੋਣਾ। ਜਦੋਂ ਚੁੱਭਣੀ ਆ ਫਿਰ ਥੱਲੇ ਜ਼ਖਮ ਹੋਣਾ ਸ਼ੁਰੂ ਹੋਣਾ, ਉੱਪਰ ਤੱਕ ਇੱਕਦਮ ਜ਼ਖਮ ਇੱਕਦਮ ਠੀਕ ਹੋ ਜਾਣਾ। ਇਸ ਕਰਕੇ ਖੁਦਾ ਦਾ ਕਲਾਮ ਸਾਨੂੰ ਦੱਸਦਾ, ਕਹਿੰਦਾ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਜਿੰਨਾ ਚਿਰ ਲਾੜਾ ਜਨੇ ਬਰਾਤੀਆਂ ਦੇ ਨਾਲ ਆ, ਭਲਾ ਉਹ ਸੋ ਕਰਨਗੇ। ਕੀ ਲਿਖਿਆ ਉਰਦੂ ਦੇ ਵਿੱਚ तरसेम साहब 15वीं आयत में की लिखा? जी सर, 15वीं आयत में यूं लिखा है, यीशु ने उनसे कहा क्या बराती जब तक दुल्हा उनके साथ है मातम कर सकते हैं? जी बस। अच्छा हुण मैनूं इत्थे एक गल दसो, तुसीं सारिਆਂ ने सिक्ख्या, मैं उर्दू च इस करके पढ़ाया ਕਿਉਂਕਿ ਉਰਦੂ ਜਿੰਨੇ ਬੰਦਿਆਂ ਨੂੰ ਉਰਦੂ ਦੀਆਂ ਬਾਈਬਲਾਂ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਕਲੀਅਰ ਹੋ ਜਾਵੇ ਵੀ ਇੱਥੇ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਿਹਾ ਜਿਨ੍ਹਾਂ ਦੇ ਨਾਲ ਜਦੋਂ ਬਰਾਤੀਆਂ ਦੇ ਨਾਲ ਲਾੜਾ ਬਰਾਤੀਆਂ ਦੇ ਨਾਲ ਆ ਤਾਂ ਫਿਰ ਉੱਥੇ ਜਾ ਕੇ ਉਹ ਰੋਂਦੇ ਆ, ਉਹ ਕੀਰਨੇ ਪਾਉਂਦੇ ਆ। ਜਦੋਂ ਅਸੀਂ ਕਿਸੇ ਦੀ ਬਰਾਤ ਦੇ ਵਿੱਚ ਜਾਂਦੇ ਆ ਅਸੀਂ ਉੱਥੇ ਸਿਆਪੇ ਕਰਦੇ ਆ, ਰੋਣ ਜਾਂਦੇ ਆ, ਕੀਰਨੇ ਪਾਉਣ ਜਾਂਦੇ ਆ, ਮਾਤਮ ਕਰਨ ਜਾਂਦੇ, ਕੀ ਕਰਨ ਜਾਂਦੇ? ਬੜੇ ਢੋਲ ਵੱਜਦੇ ਆ, ਜਸ਼ਨ ਹੁੰਦੇ ਆ, ਡੀਜੇ ਲੱਗਦੇ ਆ, ਹੁੰਦਾ ਖੁਸ਼ੀ ਜੋ ਸਾਰੇ ਭੰਗੜੇ ਪਾਉਂਦੇ ਆ, ਇਦਾਂ ਹੀ ਆਈ। ਪਰ ਇੱਥੇ ਖੁਦਾ ਦਾ ਕਲਾਮ ਕਹਿੰਦਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਆ ਉਹ ਮਾਤਮ ਕਰਨਗੇ, ਉਹਨਾਂ ਨੂੰ ਲੋੜ ਰੋਜ਼ੇ ਰੱਖਣ ਦੀ। ਤੁਸੀਂ ਸਮਝਦੇ ਗੱਲ ਇਸ ਗੱਲ ਨੂੰ? ਪਰ ਮੈਂ ਨਹੀਂ ਕਹਿੰਦਾ ਇਹ ਗੱਲ, ਖੁਦਾ ਦਾ ਕਲਾਮ ਕਹਿੰਦਾ ਜਿੰਨਾ ਚਿਰ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਆ ਉਹਨਾਂ ਨੂੰ ਮਾਤਮ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਮਾਤਮ ਕਰਦੇ, ਕਹਿੰਦਾ ਲਾੜਾ ਬਰਾਤੀਆਂ ਦੇ ਨਾਲ ਆ ਉਹ ਸੋਗ ਨਹੀਂ ਕਰ ਸਕਦੇ। ਪਰ ਇਹ ਗੱਲ ਇੱਥੇ ਮੁੱਕ ਨਹੀਂ ਗਈ। ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਪਰ ਉਹ ਦਿਨ ਹੋਣਗੇ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ ਤਾਂ ਇਹ ਵੀ ਵਰਤ ਰੱਖਣਗੇ।
ਜਦੋਂ ਲਾੜਾ ਬਰਾਤੀਆਂ ਤੋਂ ਅੱਡ ਕੀਤਾ ਜਾਊਗਾ ਫਿਰ ਉਹ ਵਰਤ ਰੱਖਣਗੇ। ਅੱਜ ਜਿਨ੍ਹਾਂ ਨੂੰ ਬਲੀਵ ਆ, ਜਿਨ੍ਹਾਂ ਨੂੰ ਯਕੀਨ ਆ ਵੀ ਅੱਜ ਲਾੜਾ ਸਾਡੇ ਨਾਲ ਆ, ਜਿਨ੍ਹਾਂ ਨੂੰ ਯਕੀਨ ਆ ਉਹਨਾਂ ਨੂੰ ਮਾਤਮ ਕਰਨ ਦੀ ਲੋੜ ਨਹੀਂ। ਪਰ ਹੌਲੀ ਹੌਲੀ ਸਿੱਖਾਂਗੇ ਵੀ ਅਸਲ ਦੇ ਵਿੱਚ ਇਹ ਜਿਹੜਾ ਅਸਲੀ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਾਫ਼ ਦੱਸਿਆ ਕਿ ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਆ। ਔਰ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਜ਼ਰੂਰ ਕਹੀ। ਪ੍ਰਭੂ ਯਿਸੂ ਮਸੀਹ ਜਦੋਂ ਸਵਰਗਾਂ ਤੇ ਉਠਾਏ ਜਾਣਾ ਸੀਗਾ, ਉਹਨਾਂ ਨੇ ਇੱਕ ਗੱਲ ਕਹੀ, ਸਾਰੇ ਜਾਣਦੇ ਸੀ ਕੀ ਗੱਲ ਕਹੀ, ਮੈਂ ਜਾ ਰਿਹਾ, ਤੁਹਾਡੇ ਲਈ ਇੱਥੇ ਕੋਈ ਮਦਦਗਾਰ ਨਹੀਂ ਹੋਣਾ, ਤੁਸੀਂ ਆਪ ਹੀ ਸਾਂਭਿਓ ਆਪਣੀ ਆਪ ਦੀ ਗੱਲ, ਆਪਣਾ ਆਪ ਹੀ ਕਰਿਓ, ਮੈਂ ਤਾਂ ਹੁਣ ਚੱਲਿਆ। ਏਦਾਂ ਕਹਿ ਗਏ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਮੈਂ ਜਾ ਰਿਹਾ, ਤੁਹਾਡੇ ਲਈ ਦੂਜਾ ਮਦਦਗਾਰ ਭੇਜਾਂਗਾ, ਉਹ ਤੁਹਾਡੀ ਰਾਖੀ ਕਰੂਗਾ, ਰਖਵਾਲੀ ਕਰੂਗਾ। ਜਿਹਨੂੰ ਅਸੀਂ ਕਹਿੰਦੇ ਪਹਿਲਾਂ ਬਾਪ ਸੀ, ਫਿਰ ਬੇਟਾ ਸੀ, ਫਿਰ ਪਵਿੱਤਰ ਆਤਮਾ। ਪਵਿੱਤਰ ਆਤਮਾ ਸਾਨੂੰ ਸਾਰਿਆਂ ਨੂੰ ਮਿਲਿਆ ਕਿ ਨਹੀਂ ਮਿਲਿਆ? ਜੇ ਅੱਜ ਪਵਿੱਤਰ ਆਤਮਾ ਸਾਡੇ ਵਿੱਚ ਆ, ਸਾਡੇ ਨਾਲ ਆ, ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਅੱਜ ਵੀ ਸਾਡੇ ਨਾਲ ਆ। ਫਿਰ ਅੱਜ ਸਾਨੂੰ ਮਾਤਮ ਕਰਨ ਦੀ ਲੋੜ ਆ। ਉਹ ਭਾਈ ਸੰਡੇ ਵਾਲੇ ਦਿਨ ਇਸ ਕਰਕੇ ਅਸੀਂ ਰੋਜ਼ਾ ਨਹੀਂ ਰੱਖਦੇ। ਸੰਡੇ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਸਾਡੇ ਉਸ ਦਿਨ ਜੀ ਉੱਠੇ ਸੀ ਸਾਡੇ ਲਈ। ਪ੍ਰਭੂ ਯਿਸੂ ਮਸੀਹ ਦਾ ਉਹ ਈਸਟਰ ਸੰਡੇ, ਜਿਹਨੂੰ ਆਪਾਂ ਈਸਟਰ ਸੰਡੇ ਕਹਿੰਦੇ ਆ, ਆਪਾਂ ਹਰ ਇੱਕ ਦਿਨ ਨੂੰ ਈਸਟਰ ਸੰਡੇ ਮਨਾਵਾਂਗੇ ਕਿਉਂਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਸਾਡੀ ਖਾਤਰ ਗੁਨਾਹਾਂ ਦੀ ਦਲਦਲ ਦੇ ਵਿੱਚੋਂ ਸਾਨੂੰ ਕੱਢ ਕੇ ਆਪਣੀ ਜਾਨ ਸਲੀਬ ਉੱਤੇ ਦੇ ਕੇ ਉਹ ਤੀਜੇ ਦਿਨ ਮੁਰਦਿਆਂ ਤੋਂ ਜਿੰਦੇ ਹੋ ਗਿਆ ਸੀ, ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ। ਔਰ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਮੈਂ ਜਾ ਰਿਹਾ, ਤੁਹਾਡੇ ਲਈ ਦੂਜਾ ਮਦਦਗਾਰ ਭੇਜਾਂਗਾ। ਔਰ ਦੂਜਾ ਮਦਦਗਾਰ ਸਾਡੇ ਲਈ ਭੇਜਿਆ। ਅੱਜ ਜਿਨ੍ਹਾਂ ਨੂੰ ਇਸ ਗੱਲ ਦਾ ਬਲੀਵ ਆ ਕਿ ਦੂਜਾ ਮਦਦਗਾਰ ਸਾਡੇ ਕੋਲ ਹੈਗਾ, ਉਹਨਾਂ ਨੂੰ ਖੁਦਾ ਦੇ ਕਲਾਮ ਅਨੁਸਾਰ ਰੋਜ਼ਾ ਰੱਖਣ ਦੀ ਲੋੜ ਨਹੀਂ। ਇਹ ਵੀ ਸਿੱਖਾਂਗੇ ਰੋਜ਼ਾ ਆਪਾਂ ਕਿਉਂ ਰੱਖਣਾ, ਇਹ ਬਾਅਦ ਦੀਆਂ ਗੱਲਾਂ, ਇਹ ਵੀ ਸਿੱਖਾਂਗੇ। ਇਹ ਨਹੀਂ ਗੱਲ ਰੋਜ਼ਾ, ਮੈਂ ਨਹੀਂ ਕਹਿੰਦਾ ਰੋਜ਼ਾ ਨਾ ਰੱਖੋ, ਪਰ ਖੁਦਾ ਦਾ ਕਲਾਮ ਕਹਿੰਦਾ, ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਹੈ ਉਹਨਾਂ ਨੂੰ ਸੋਗ ਕਰਨ ਦੀ ਲੋੜ ਨਹੀਂ। ਔਰ ਨਾਲ ਲਿਖਿਆ ਉਹ ਦਿਨ ਆਉਣਗੇ ਜਦੋਂ ਬਰਾਤੀਆਂ ਨਾਲੋਂ ਲਾੜਾ ਅਲੱਗ ਕੀਤਾ ਜਾਊਗਾ। ਜੇ ਤਾਂ ਅੱਜ ਸਾਡੇ ਨਾਲੋਂ ਪ੍ਰਭੂ ਯਿਸੂ ਮਸੀਹ ਅਲੱਗ ਆ, ਫੇਰ ਤਾਂ ਅਸੀਂ ਰੋਜ਼ੇ ਰੱਖ ਲਈਏ, ਫਿਰ ਅਸੀਂ ਰੋਜ਼ੇ ਰੱਖੀਏ। ਅਸੀਂ ਪਾਸਟਰ ਤਰਸੇਮ ਸਾਹਿਬ ਦਾ ਦੇਖਿਆ ਕਈ ਵਾਰੀ ਰੋਜ਼ਾ ਰੱਖਦੇ ਆ। ਕਿਉਂ? ਇਹਨਾਂ ਨੇ ਨਹੀਂ ਕਦੇ ਕਿਹਾ ਵੀ ਸਾਨੂੰ UPS ਮਿਲ ਜਾਵੇ। ਅੱਜ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਕਿ ਖੁਦਾਵੰਦ ਨੇ ਇਹਨਾਂ ਲਈ UPS ਦੀ ਇੱਕ ਖੁਦਾ ਨੇ ਬਰਕਤ ਦੇਤੀ ਹੈ ਇਸ ਚੈਨਲ ਲਈ, ਕਿਉਂਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ UPS ਲੱਗ ਜੂਗਾ ਉਸ ਤੇ, ਕਿਉਂਕਿ ਅਸੀਂ ਖੁਦਾ ਦੇ ਕਲਾਮ 'ਚ ਹਰ ਰੋਜ਼ ਦੁਆਵਾਂ ਕਰਦੇ ਹਾਂ। ਔਰ ਖੁਦਾ ਨੇ ਉਹ ਨਿਹਮਤ ਦਿੱਤੀ ਆ, ਉਹ ਸਿਸਟਰ ਆਪ ਸਾਰੇ ਗਵਾਹੀ ਦੇਣਗੇ ਆਪਾਂ ਇਸ ਤੋਂ ਬਾਅਦ 'ਚ ਵੀ UPS ਦਾ ਇੰਤਜ਼ਾਮ ਹੋ ਚੁੱਕਿਆ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸ, ਕਿਉਂਕਿ ਅਸੀਂ ਇਸ ਗੱਲ ਲਈ ਰੋਜ਼ੇ ਨਹੀਂ ਰੱਖੇ। ਅਸੀਂ ਰੋਜ਼ੇ ਰੱਖਦੇ ਇੱਕ ਪਰਸਨਲ ਗੱਲ ਲਈ। ਅਸੀਂ ਪਿਛਲੇ ਸਾਲ ਡਾਕਟਰ ਰਸ਼ੀਦ ਗੱਲ ਸਾਹਿਬ, ਉਹਨਾਂ ਲਈ ਉਹ ਜਦੋਂ ਜ਼ਿਆਦਾ ਬਿਮਾਰ ਸੀ, ਅਸੀਂ ਉਸ ਵੇਲੇ ਉਹਨਾਂ ਲਈ ਰੋਜ਼ੇ ਰੱਖੇ। ਰੋਜ਼ੇ ਦਾ ਮਤਲਬ ਅਸੀਂ ਕਦੇ ਤੁਸੀਂ ਡਰੈਲ ਨਾਲ ਤੁਸੀਂ ਕੰਧ ਦੇ ਵਿੱਚ ਮਿਸਤਰੀ ਨੂੰ ਤਾਂ ਸ਼ੇਕ ਕਰਦੇ ਦੇਖਿਆ, ਛੈਣੀ ਨਾਲ ਏਦਾਂ ਫੜ ਕੇ ਥੋੜੀ ਨਾਲ ਛੈਣੀ ਨਾਲ ਸ਼ੇਕ ਕਰਦਾ ਹੋਵੇ ਤਾਂ ਕਿੰਨਾ ਟਾਈਮ ਲੱਗੂ। ਔਰ ਜੇ ਡਰੈਲ ਰੱਖੀ ਤਾਂ ਬਟਨ ਦੱਬਿਆ ਗੂੰ, ਉਸੇ ਵੇਲੇ ਸ਼ੇਕ। ਔਰ ਜਦੋਂ ਅਸੀਂ ਆਮ ਦੁਆ ਕਰਦੇ ਆ, ਇਹ ਹੈਗਾ ਇੱਕ ਛੈਣੀ ਨਾਲ ਕੰਧ ਵਿੱਚ ਸਰਾਖ ਮਾਰਨ ਵਾਲੀ ਗੱਲ ਹੈ ਵੀ ਖੁਦਾ ਤੱਕ ਹੌਲੀ ਹੌਲੀ ਗੱਲ ਪਹੁੰਚਦੀ ਕਿੰਨਾ ਟਾਈਮ ਲੱਗਦਾ। ਜਦੋਂ ਅਸੀਂ ਰੋਜ਼ਾ ਰੱਖ ਕੇ ਦੁਆ ਕਰਦੇ ਆ, ਪਰ ਖੁਦਾ ਉਸੇ ਵੇਲੇ ਸਾਡੀ ਗੱਲ ਉਹ ਖੁਦਾ ਤੱਕ ਪਹੁੰਚ ਜਾਂਦੀ ਆ। ਮੈਂ ਨਹੀਂ ਕਹਿੰਦਾ ਵੀ ਰੋਜ਼ਾ ਨਾ ਰੱਖੋ, ਪਰ ਖੁਦਾ ਦਾ ਕਲਾਮ ਕਹਿੰਦਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਆ ਉਹਨਾਂ ਨੂੰ ਸੋਗ ਕਰਨ ਦੀ ਲੋੜ ਨਹੀਂ। ਔਰ ਬਹੁਤ ਸਾਰੇ ਲੋਕ ਕਿੱਦਾਂ ਦਾ ਰੋਜ਼ਾ ਰੱਖਦੇ ਆ। ਅੱਜ ਆਪਾਂ ਇੱਕ ਥੋੜਾ ਜਿਹਾ ਰੋਜ਼ੇ ਦੇ ਉੱਤੇ ਗੌਰ ਕਰਾਂਗੇ। ਅਸੀਂ ਦਾਨੀਏਲ ਦੀ ਕਿਤਾਬ ਦੇ ਵਿੱਚੋਂ ਦੇਖਾਂਗੇ ਦਾਨੀਏਲ ਨਬੀ ਦਾ ਖਲੀਫਾ, ਉਹਦਾ 10 ਨੰਬਰ ਅਧਿਆਏ, ਉਹਦੀ 2 ਤੇ 3 ਨੰਬਰ ਆਇਤ ਨੂੰ ਥੋੜਾ ਜਲਦੀ ਦੇਖ ਲਵਾਂਗੇ, ਕਿਉਂਕਿ ਤੁਸੀਂ ਮੈਨੂੰ ਟਾਈਮ ਥੋੜਾ ਦਿੰਦੇ ਆ। ਟਾਈਮ ਥੋੜੇ ਦੇ ਵਿੱਚ ਮੇਰੀ ਗੱਲ ਨਹੀਂ ਬਣਦੀ ਕਈ ਵਾਰੀ, ਫਿਰ ਅਗਲੀ ਵਾਰ ਨੂੰ ਸਿੱਖਾਂਗੇ ਜੋ ਖੁਦਾ ਪਰ ਸਿਖਾਊਗਾ। कलाम में से दानियल नबी का सहीफा, उसका 10 बाब, उसकी 2 और 3 आयत, 2 और 3 आयत सर। जी बिल्कुल जी। इसमें लिखा है, मैं दानियल उन दिनों में 3 हफ्तों तक मातम करता रहा, ना मैंने लजीज खाना खाया ना गोश्त, और मैंने मेरे मुंह में
मैंने मेरे मुंह में दखल पाया और ना मैंने तेल मला जब तक के पूरे 3 हफ्ते गुजर ना गए। आमीन। ਆ ਜਿਹੜਾ ਤੁਸੀਂ ਪੜਿਆ ਦਾਖ, ਇਹ ਦਾਖ ਰਸ ਲਿਖਿਆ ਇੱਥੇ ਮੈਨੂੰ ਲੱਗਦਾ ਉਰਦੂ ਚ, ਔਰ ਪੰਜਾਬੀ ਦੀ ਬਾਈਬਲ ਚ ਐਡਾ ਕਲੀਅਰ ਲਿਖਿਆ ਨਾ ਇੱਥੇ ਮਾਤਮ ਦੇ ਬਾਰੇ ਚ। ਖੁਦਾਵੰਦ ਪ੍ਰਭੂ ਯਿਸੂ ਮਸੀਹ ਕਹਿੰਦਾ ਸੀਗਾ ਜਿਹੜਾ ਜਦੋਂ ਤੱਕ ਬਰਾਤੀਆਂ ਦੇ ਨਾਲ ਲਾਣਾ ਆ ਉਹਨਾਂ ਚਿਰ ਉਹਨਾਂ ਨੂੰ ਮਾਤਮ ਕਰਨ ਦੀ ਲੋੜ ਨਹੀਂ। ਇੱਥੇ ਕੀ ਲਿਖਿਆ? ਦਾਨੀਅਲ ਕਹਿੰਦਾ ਮੈਂ ਦਾਨੀਅਲ ਉਹਨਾਂ ਦਿਨਾਂ ਵਿੱਚ 3 ਹਫ਼ਤਿਆਂ ਤੋੜੀ ਸੋਗ ਕਰਦਾ ਰਿਹਾ, ਮਾਤਮ ਕਰਦਾ ਰਿਹਾ। ਕਿੰਨਾ ਚਿਰ? 3 ਹਫ਼ਤਿਆਂ ਤੱਕ। ਕੀ ਵਰਤਿਆ? ਅਸੀਂ ਸੋਚਦੇ ਆ ਬਹੁਤ ਸਾਰੇ ਕਹਿੰਦੇ ਜੀ ਦਾਨੀਅਲ ਨੇ 3 ਹਫ਼ਤਿਆਂ ਦਾ ਵਰਤ ਰੱਖਿਆ। ਇੱਥੇ ਵਰਤ ਰੱਖਿਆ ਲਿਖਿਆ, ਵਰਤ ਲਿਖਿਆ ਖੁਦਾ ਦੇ ਕਲਾਮ 'ਚ ਲਿਖਿਆ ਉਹ ਸੋਗ ਕਰਦਾ ਰਿਹਾ। ਖੁਦਾ ਦਾ ਕਲਾਮ ਸਾਨੂੰ ਦੱਸਦਾ ਪ੍ਰਭੂ ਯਿਸੂ ਮਸੀਹ ਕਹਿੰਦਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਹੈ ਉਹ ਨਹੀਂ ਕਿ ਮਾਤਮ ਕਰਨਗੇ। ਇੱਥੇ ਉਹ ਮਾਤਮ ਕਰਦਾ ਹੈ। ਔਰ ਮਾਤਮ ਦੇ ਵਿੱਚ ਕਰਦਾ ਕੀ ਹੈ ਤੇ ਦੇਖੋ ਧਿਆਨ ਨਾਲ ਥੋੜਾ ਦੇਖੋ। ਲਿਖਿਆ ਕਹਿੰਦਾ ਮੈਂ ਸਵਾਦ ਦੀ ਰੋਟੀ। ਸਾਡੇ ਵਿੱਚ ਪੰਜਾਬੀ ਦੀ ਬਾਈਬਲ ਸਿਸਟਰ ਰੇਨੂ ਵਾਲਾ ਸਿਸਟਰ ਤੁਹਾਡੇ ਕੋਲ ਪੰਜਾਬੀ ਦੀ ਬਾਈਬਲ ਹੈਗੀ ਜਾਂ ਰਾਜ ਰਾਣੀ ਸਾਡੇ ਨਾਲ ਆ? ਉਹ ਪੰਜਾਬੀ ਦੀ ਬਾਈਬਲ ਚੋਂ ਇੱਕ ਗੱਲ ਆਪਾਂ ਕਲੀਅਰ ਕਰ ਰਹੇ ਹਾਂ। ਜਿਹਦੇ ਕੋਲ ਵੀ ਪੰਜਾਬੀ ਦੀ ਬਾਈਬਲ ਆ ਉਹ ਮੈਨੂੰ 3 ਆਇਤ ਪੜ੍ਹ ਕੇ ਦੱਸਿਓ। ਮੈਂ ਸਵਾਦ ਦੀ ਰੋਟੀ ਨਾ ਖਾਧੀ ਹਾਂਜੀ ਅਤੇ ਮੇਰੇ ਮੂੰਹ ਵਿੱਚ ਮਾਂਸ ਔਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਇੱਥੋਂ ਤੀਕਰ ਜੋ 3 ਸਾਤੇ ਪੂਰੇ ਲੰਘ ਗਏ। ਆਮੀਨ। ਥੈਂਕ ਯੂ ਸਿਸਟਰ, ਖੁਦਾ ਤੁਹਾਨੂੰ ਬਰਕਤ ਦੇਵੇ। ਆ ਜਿਹੜਾ ਤੁਸੀਂ ਦਾਖ ਪੜਿਆ ਸੀ, ਦਾਖ ਰਸ ਆ ਇੱਥੇ ਲਿਖਿਆ। ਦਾਖ ਰਸ ਦਾ ਮਤਲਬ ਪੰਜਾਬੀ ਦੀ ਬਾਈਬਲ 'ਚ ਉਹਨੇ ਕਲੀਅਰ ਕੀਤਾ। 3 ਹਫ਼ਤਿਆਂ ਦੇ ਵਿੱਚ ਉਸ ਦਾਨੀਅਲ ਨੇ ਕੀਤਾ ਕੀ? ਜਿਹੜਾ ਸੋਗ ਕੀਤਾ, ਸੋਗ ਕਰਨ ਦਾ ਤਰੀਕਾ ਦੇਖੋ ਇੱਥੇ ਲਿਖਿਆ। ਕਿਉਂਕਿ ਪੁਰਾਣੇ ਨੇਮ ਦੇ ਵਿੱਚ ਕਈ ਗੱਲਾਂ ਏਦਾਂ ਦੀਆਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ। ਇੱਥੇ ਦਾਨੀਅਲ ਕਹਿੰਦਾ ਮੈਂ ਸਵਾਦ ਦੀ ਰੋਟੀ ਨਹੀਂ ਖਾਧੀ। ਇਹਦਾ ਮਤਲਬ ਅਸੀਂ ਰੋਜ਼ਿਆਂ 'ਚ ਵੀ ਸਵਾਦ ਭਾਲਦੇ ਆਮ ਦਿਨਾਂ ਦੇ ਵਿੱਚ। ਕਹਿੰਦਾ ਮੈਂ ਨਾ ਸਵਾਦ ਦੀ ਰੋਟੀ ਖਾਧੀ ਨਾ ਮੇਰੇ ਮੂੰਹ 'ਚ ਮਾਸ ਗਿਆ, ਹਨਾ। ਤੀਜੀ ਗੱਲ ਕਹਿੰਦਾ ਨਾ ਮੈਂ ਸ਼ਰਾਬ ਪੀਤੀ, ਨਾ ਮੈਂ ਸ਼ਰਾਬ ਪੀਤੀ। ਪੰਜਾਬੀ 'ਚ ਇੱਥੇ ਲਿਖਿਆ, ਪੰਜਾਬੀ ਦੀ ਬਾਈਬਲ ਮੈਂ ਤਾਂ ਤੁਹਾਨੂੰ ਕਲੀਅਰ ਕੀਤਾ ਅੱਜ। ਇੱਥੇ ਲਿਖਿਆ ਕਹਿੰਦਾ ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਨਾ ਮਾਸ ਗਿਆ ਔਰ ਨਾ ਸ਼ਰਾਬ ਪਏ, ਮੈਂ ਆਪਣੇ ਉੱਤੇ ਤੇਲ ਵੀ ਨਹੀਂ ਮਲਿਆ। ਖੁਦਾਵੰਦ ਕਹਿੰਦਾ ਜਾਂ ਤੂੰ ਰੋਜ਼ਾ ਰੱਖੇ ਫਿਰ ਨਹਾ ਧੋ ਫਿਰ ਤੇਲ ਆਪਣੇ ਮੂੰਹ ਨੂੰ ਮਾਲ ਆ ਕਰਾਂ ਤੂੰ ਦੂਜਾ ਵਰਤੀ ਨਾ ਲੱਗੇ। ਇੱਥੇ ਜਿਹੜੇ ਲੋਕ ਅਸੀਂ ਇਹਨਾਂ ਨੂੰ ਰੋਜ਼ਾ ਕਹਿੰਦੇ, ਇਹਨੂੰ ਰੋਜ਼ਾ ਕਹਿੰਦੇ, ਇਹਨੂੰ ਰੋਜ਼ਾ ਕਹਿੰਦੇ ਅਸੀਂ ਇੱਥੇ ਦੇਖਦੇ ਹਾਂ। ਜੇ ਦਾਨੀਅਲ ਜਿਹਨੂੰ ਕਹਿੰਦੇ ਜੀ ਦਾਨੀਅਲ ਨੇ ਰੋਜ਼ਾ ਰੱਖਿਆ, ਪਰ ਇੱਥੇ ਰੋਜ਼ਾ ਨਹੀਂ ਉਹ ਰੱਖਿਆ, ਇਹਨੇ ਸੋਗ ਕੀਤਾ, ਮਾਤਮ ਕੀਤਾ। ਔਰ ਮਾਤਮ ਦੇ ਵਿੱਚ ਖਾਣਾ ਨਹੀਂ ਛੱਡਿਆ, ਪੀਣਾ ਨਹੀਂ ਛੱਡਿਆ, ਸਾਰਾ ਕੁਝ ਕਰਦਾ ਰਿਹਾ। ਪਰ ਜਿਹੜਾ ਨਹੀਂ ਕੀਤਾ ਉਹ ਸਿਰਫ ਇਹ ਸੀਗਾ ਨਾ ਉਹਨੇ ਸਵਾਦ ਦੀ ਰੋਟੀ ਖਾਧੀ, ਜਿੱਦਾਂ ਦੀ ਮਿਲ ਗਈ ਉਹਨੇ ਖਾ ਲਈ, ਪਰ ਨਾ ਉਹਨੇ ਮਾਸ ਖਾਧਾ। ਅਸੀਂ ਬਹੁਤ ਸਾਰੇ ਇਸ ਰੋਜ਼ੇ 'ਚ ਕਹਿੰਦੇ ਜੀ ਇਹ ਪ੍ਰਭੂ ਯਿਸੂ ਮਸੀਹ ਦੇ ਰੋਜ਼ੇ ਆ, ਇਹਦੇ ਵਿੱਚ ਆਪਾਂ ਮਾਸ ਨਹੀਂ ਖਾਣਾ, ਅਸੀਂ ਆਹ ਚੀਜ਼ ਨਹੀਂ ਖਾਣੀ, ਅਸੀਂ ਆਹ ਨਹੀਂ ਖਾਣੀ, ਅਸੀਂ ਆਹ ਨਹੀਂ ਖਾਣੀ, ਮੀਟ ਨਹੀਂ ਖਾਂਦੇ ਬਹੁਤ ਸਾਰੇ ਲੋਕ। ਅਸੀਂ ਜਦੋਂ ਹੁਣ ਪਾਕਸ਼ਾਹ ਦਾ ਦਿਨ ਆਉਂਦੇ ਆਪਾਂ ਦਾਖ ਰਸ ਲੈਨੇ। ਤਰਸੇਮ ਸਾਹਿਬ ਦਾਖ ਰਸ ਲਿਖਿਆ ਇੱਥੇ ਤੁਹਾਡੀ ਬਾਈਬਲ 'ਚ, ਦਾਖ ਰਸ ਲਿਖਿਆ। ਹਾਂਜੀ ਇਹਦੇ ਉੱਤੇ ਗੱਲ ਕਰਾਂਗੇ। उर्दू में मैं लिखा हुआ, मैं उर्दू में मैं लिखा, ਮੈਂ ਜੀ ਇਹਦੀ ਮੈਂ ਮੱਧ ਤੇ ਇਹ 3 ਚੀਜ਼ਾਂ ਵੱਖਰੀਆਂ ਕਿਸੇ ਤਰ੍ਹਾਂ ਇਹਦੇ ਉੱਤੇ ਗੱਲ ਕਰਾਂਗੇ। ਮੈਂ ਜਿਹੜੀ ਖੁਦਾਵੰਦ ਨੇ ਅੰਗੂਰਾਂ ਦੀ ਬਣਾਈ, ਜਿਹੜੀ ਮੱਧ ਆ ਹੋਰ ਚੀਜ਼ ਆ, ਜਿਹੜੀ ਸ਼ਰਾਬ ਹੈ ਹੋਰ ਚੀਜ਼ ਆ, ਇਹ ਸਾਰੀਆਂ ਚੀਜ਼ਾਂ ਨੂੰ ਕਿਸੇ ਤਰ੍ਹਾਂ ਫਿਰ ਇਹਦੇ ਉੱਤੇ ਆਪਾਂ ਗੌਰ ਕਰਾਂਗੇ। ਇੱਥੇ ਪਰ ਇਹ ਲਿਖਿਆ ਉਹ ਕਹਿੰਦਾ ਮੈਂ ਸ਼ਰਾਬ ਨਹੀਂ ਪੀਤੀ, ਨਾ ਕਹਿੰਦਾ ਸਵਾਦ ਦੀ ਰੋਟੀ ਖਾਧੀ, ਨਾ ਮੈਂ ਮਾਸ ਖਾਧਾ, ਨਾ ਮੈਂ ਸ਼ਰਾਬ ਪੀਤੀ, ਨਾ ਮੈਂ ਆਪਣੇ ਮੂੰਹ ਤੇ ਤੇਲ ਮਲਿਆ। ਅੱਛਾ ਅਸੀਂ ਇਹਨੂੰ ਰੋਜ਼ਾ ਕਵਾਂਗੇ? ਕੀ ਅਸੀਂ ਇਹਨੂੰ ਰੋਜ਼ਾ ਕਵਾਂਗੇ? ਇਹਦੇ ਲਈ ਖੁਦਾਵੰਦ ਦਾ ਕਲਾਮ ਸਾਨੂੰ ਜਦੋਂ ਅਸੀਂ ਜਰਮੀਆ ਨਬੀ ਦਾ ਖਿਤਾਬ, ਜਰਮੀਆ ਨਬੀ ਦਾ ਖਲੀਫਾ ਉਹਦਾ 58 ਅਧਿਆਇ ਉਹਦੀ 5 ਆਇਤ ਵਿੱਚ ਪੜ੍ਹਦੇ ਆ। ਉੱਥੇ ਲਿਖਿਆ ਪੜ੍ਹਨਾ ਤੁਸੀਂ, ਪਰ ਮੈਂ ਪੜ੍ਹ ਦਿੰਦਾ, ਕੋਈ ਚੱਕਰ ਨਹੀਂ ਹੈਗਾ। ਉੱਥੇ ਲਿਖਿਆ ਭਲਾ ਕਹਿੰਦਾ ਇਹ ਇਹੋ ਜਿਹਾ ਵਰਤ ਹੈ ਜਿਹਨੂੰ ਮੈਂ ਚੁਣਾ। ਆ ਜਿਹੜਾ ਦਾਨੀਅਲ ਨੇ ਰੱਖਿਆ, ਖੁਦਾਵੰਦ ਕਹਿੰਦਾ ਭਲਾ ਇਹ ਇਹੋ ਜਿਹਾ ਵਰਤ ਹੈ ਜਿਹਨੂੰ ਮੈਂ ਚੁਣਾ।
ਅਸੀਂ ਅੱਜ ਬਹੁਤ ਸਾਰੇ ਲੋਕ ਵਰਤ ਏਦਾਂ ਆਪਣੇ ਆਪਣੇ ਤਰੀਕੇ ਨਾਲ ਵਰਤ ਰੱਖਦੇ ਆ, ਆਪਣੇ ਆਪਣੇ ਤਰੀਕੇ ਨਾਲ ਰੋਜੇ ਰੱਖਦੇ ਆ, ਆਪਣੇ ਆਪਣੇ ਤਰੀਕੇ ਨਾਲ ਆਪਣੀ ਆਪਣੀ ਸੋਚ ਨੂੰ ਦੜਾਉਂਦੇ ਆ। ਮੇਰੇ ਜੀਜੋ ਇੱਕ ਗੱਲ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਚੱਲਦਾ, ਇਹ ਅਗਲੇ ਨੈਕਸਟ ਵੀਕ ਜਦੋਂ ਮੈਨੂੰ ਮੌਕਾ ਮਿਲਿਆ ਅਸੀਂ ਇਹਦੇ ਵਿੱਚ ਇਹਨੂੰ ਪੂਰਾ ਕਰਾਂਗੇ। ਪਰ ਮੈਂ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਅੱਜ ਜਾਂਦਾ ਜਾਂਦਾ ਜ਼ਰੂਰ ਕਹਿ ਕੇ ਜਾਣਾ, ਪਰ ਜਿਹੜਾ ਖੁਦਾ ਨੇ ਕਿਹਾ ਕੁਛ ਵੀ ਮੂਰਤੀ ਪੂਜਾ ਨਾ ਕਰੋ, ਖੁਦਾ ਨੇ ਜਿਹੜੇ ਤੁਹਾਨੂੰ 10 ਹੁਕਮ ਦਿੱਤੇ ਆ ਉਹਨਾਂ ਚੋਂ ਇੱਕ ਹੁਕਮ ਇਹ ਵੀ ਆ ਕਿ ਤੁਸੀਂ ਹਰ ਸਾਲ ਇਹ ਰੀਤ ਅਨੁਸਾਰ ਨਾ ਕਰੋ ਕੁਛ ਵੀ। ਔਰ ਕਿਤੇ ਵੀ ਨਹੀਂ ਲਿਖਿਆ ਪ੍ਰਭੂ ਯਿਸੂ ਮਸੀਹ ਨੇ 10 ਰੋਜ਼ੇ 40 ਰੋਜ਼ੇ ਰੱਖੇ। ਉਹਨਾਂ ਨੇ ਲਿਖਿਆ ਕੰਟੀਨਿਊਸ ਨਹੀਂ, 40 ਦਿਨ ਨਾ ਰੋਟੀ ਖਾਧੀ ਨਾ ਪਾਣੀ ਪੀਤਾ, 40 ਦਿਨ ਕੰਟੀਨਿਊਸ। ਅਸੀਂ 40 ਦਿਨਾਂ ਦੇ ਵਿੱਚ ਸੰਡੇ ਵਾਲਾ ਕੱਢ ਕੇ ਬਾਕੀ 40 ਦਿਨ ਕਰ ਲਏ। ਉਹ ਅਸੀਂ ਕੀਤੇ ਆ, ਅਸੀਂ ਲੋਕਾਂ ਨੇ, ਸਾਡੇ ਫਿਲਾਸਫਰਾਂ ਨੇ, ਸਾਡੇ ਟੀਕਾਕਰਨਾਂ ਨੇ ਕੀਤੇ ਆ। ਉਹਨੇ ਆਪਣੀ ਮਰਜ਼ੀ ਨਾਲ ਕੀਤਾ। ਜੇ ਮੂਸਾ ਦੀ ਗੱਲ ਕਰਦੇ ਆ, ਅਸੀਂ ਬਹੁਤ ਸਾਰੇ ਲੋਕ ਮੂਸਾ ਦੀ ਮਿਸਾਲ ਦਿੰਦੇ ਆ ਜੀ। ਮੂਸਾ ਨੇ ਅਸੀਂ ਰਾਤ ਕੱਲ ਸਵੇਰੇ ਅਸੀਂ ਸਿੱਖਦੇ ਸੀਗੇ ਜੁਨਾ ਨਬੀ ਦੀ ਕਿਤਾਬ, ਉਹਦਾ 3 ਨੰਬਰਾਂ ਦੇ ਆਏ, ਉਹਦੀ 5 ਤੇ 6 ਨੰਬਰ ਆਇਤ ਦੇ ਵਿੱਚੋਂ ਅਸੀਂ ਇਹ ਸਿੱਖਦੇ ਸੀਗੇ। ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਜਦੋਂ ਉਹਨਾਂ ਨੇ ਮਰਿਆਦਤੀ ਕੀਤੀ, ਉਹਨਾਂ ਨੇ ਹੁਕਮ ਕੀਤਾ ਵੀ 3 ਦਿਨ ਲਗਾਤਾਰ ਨਾ ਕੁਛ ਖਾਣਾ ਨਾ ਕੁਛ ਪੀਣਾ, ਨਾ ਕੁਛ ਖਾਣਾ ਨਾ ਕੁਛ ਪੀਣਾ। ਔਰ ਉਹਨਾਂ ਨੇ ਇਹ ਨਹੀਂ ਵੀ ਅੱਜ ਰਾਖ ਵਾਲਾ ਦਿਨ ਹੈ ਜੀ, ਤੁਹਾਡੇ ਮੱਥੇ ਤੇ ਰਾਖ ਲਾਤੀ ਆ ਤੇ ਅੱਜ ਤੋਂ ਬਾਅਦ ਤੁਸੀਂ ਯਾਦ ਰੱਖਣਾ ਵੀ ਅਸੀਂ ਇੱਕ ਦਿਨ ਮਰਨਾ ਹੀ ਆ। ਪਰ ਉਹਨਾਂ ਨੇ ਤੱਪੜ ਵਿਛਾ ਕੇ ਉਸ ਰਾਖ ਦੇ ਵਿੱਚ ਬਹਿ ਗਏ, ਆਪਣੇ ਆਪ ਨੂੰ ਇੰਨਾ ਹਲੀਮ ਕਰ ਲਿਆ, ਆਪਣੇ ਆਪ ਨੂੰ ਇੰਨਾ ਖੁਦਾ ਦੇ ਅੱਗੇ ਡਿੱਗ ਕੇ ਗਿੜਗਿੜਾਉਣ ਲੱਗ ਪਏ, ਰੋਣ ਲੱਗ ਪਏ, ਖੁਦਾ ਦੇ ਅੱਗੇ ਮਿਹਨਤਾਂ ਕਰਨ ਲੱਗ ਪਏ। ਉਹਨਾਂ ਨੇ ਖੁਦਾ ਦੇ ਅੱਗੇ ਰੋਣਾ ਸ਼ੁਰੂ ਕੀਤਾ, ਖੁਦਾ ਸਾਨੂੰ ਬਖਸ਼ ਦੇ, ਖੁਦਾ ਸਾਨੂੰ ਬਖਸ਼ ਦੇ। ਜਦੋਂ ਉਸ ਰਾਜੇ ਨੇ ਦੇਖਿਆ, ਰਾਜੇ ਨੇ ਵੀ ਕਿਹਾ ਸਾਰੇ, ਕਹਿੰਦਾ ਨਾ ਬੰਦਾ ਨਾ ਤੀਵੀਂ ਨਾ ਬਜ਼ੁਰਗ ਨਾ ਬਜ਼ੁਰਗਣੀ ਨਾ ਬੱਚੇ ਨਾ ਜਾਨਵਰ, ਇੱਥੇ ਤੱਕ ਵੀ ਨਾ ਪਸ਼ੂ, ਕੁਛ ਵੀ 3 ਦਿਨ ਨਹੀਂ ਖਾਣਗੇ। ਜਦੋਂ ਸਾਰਿਆਂ ਨੇ ਰਲ ਕੇ ਇੱਕ ਜਨ ਹੋ ਕੇ ਖੁਦਾ ਦੇ ਅੱਗੇ ਦੁਹਾਈ ਦਿੱਤੀ, ਖੁਦਾ ਦੇ ਅੱਗੇ ਰੋਏ ਕਰਲਾਏ, ਉਹਨੇ ਆਪਣੇ ਤੱਪੜ ਵਿਛਾ ਕੇ ਸਵਾਰ ਵਿੱਚ ਬੈਠ ਕੇ ਜਦੋਂ ਉਹਨੇ ਰੋ ਰੋ ਕੇ ਦੁਆਵਾਂ ਕੀਤੀਆਂ, ਫਿਰ ਖੁਦਾ ਨੇ ਉਹਨਾਂ ਦੀ ਸੁਣ ਕੇ ਉੱਤਰ ਦਿੱਤਾ, ਉਹਨਾਂ ਨੂੰ ਬਖਸ਼ ਦਿੱਤਾ। ਜਿੱਥੇ ਸਾਰਾ ਉਹਨਾਂ ਖੁਦਾ ਨੇ ਜੁਨਾ ਨਬੀ ਨੂੰ ਕਿਹਾ ਸੀ ਜਾ ਉਹਨਾਂ ਨੂੰ ਕਹਿ ਮੈਂ 40 ਦਿਨਾਂ ਦੇ ਵਿੱਚ ਸਾਰਾ ਹੀ ਸ਼ਹਿਰ ਹੀ ਖਤਮ ਕਰ ਦੂੰਗਾ। ਇੱਥੇ ਦਾਨੀਏਲ ਨਬੀ ਸਾਹਿਬ ਆਪਣੇ ਤਰੀਕੇ ਨਾਲ ਰੋਜ਼ਾ ਰੱਖਦੇ, ਉਹ ਕਹਿੰਦਾ ਨਾ ਮੈਂ ਮੀਟ ਖਾਧਾ, ਨਾ ਮੈਂ ਸ਼ਰਾਬ ਪੀਤੀ, ਨਾ ਮੈਂ ਮਾਸ ਖਾਧਾ, ਨਾ ਮੈਂ ਸਵਾਦ ਦੀ ਰੋਟੀ ਖਾਧੀ। ਜੇ ਤਾਂ ਭਾਈ ਰੋਜ਼ਾ ਰੱਖਣਾ ਫਿਰ ਤਾਂ ਰੱਖੋ ਜਿੱਦਾਂ ਜੁਨਾ ਨਬੀ ਦੇ ਟਾਈਮ ਦੇ ਵਿੱਚ ਰੱਖਿਆ ਗਿਆ, ਨਹੀਂ ਤਾਂ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ। ਬਿਲਕੁਲ ਖੁਦਾ ਦਾ ਕਲਾਮ ਕਹਿੰਦਾ ਫਿਰ ਐਵੇਂ ਨਾ ਅਸੀਂ ਦੁਆ ਕਰੀਏ, ਕਿਉਂਕਿ ਉਹ ਕਹਿੰਦਾ ਮਾਤਮ ਕਰਨ ਦੀ ਲੋੜ ਨਹੀਂ ਹੈਗੀ। ਇਹ ਇੱਥੇ ਮਾਤਮ ਕੀਤਾ ਇਹਨੇ ਦਾਨੀਏਲ ਨੇ, ਪਰ ਖੁਦਾ ਕਹਿੰਦਾ ਜਾਂ ਤੂੰ ਰੋਜ਼ਾ, ਕਹਿੰਦਾ ਭਲਾ ਇਹ ਇਹੋ ਜਿਹਾ ਵਰਤਿਆ ਜਿਹਨੂੰ ਮੈਂ ਚੁਣਾ ਕਿ ਇੱਕ ਦਿਨ ਜਿਹਦੇ ਵਿੱਚ ਆਪਣੀ ਜਾਨ ਨੂੰ ਤੂੰ ਦੁੱਖ ਦੇਵੇਂ। ਯਸ਼ਾਇਆ ਨਬੀ ਉਹਦਾ 58 ਨੰਬਰ ਦਾ ਹੈ 5 ਨੰਬਰ ਹੈ, ਕਹਿੰਦਾ ਭਲਾ ਇਹ ਇਹੋ ਜਿਹਾ ਵਰਤਿਆ ਜਿਹਨੂੰ ਮੈਂ ਚੁਣਾ ਭਾਈ ਇੱਕ ਦਿਨ ਤੂੰ ਆਦਮੀ ਆਪਣੀ ਜਾਨ ਨੂੰ ਦੁੱਖ ਦੇਵੇ, ਬਾਕੀ 6 ਦਿਨ ਕੀ ਕਰਨਾ? ਇੱਕ ਦਿਨ ਤਾਂ ਤੁਸੀਂ ਆਪਣੀ ਜਾਨ ਨੂੰ ਦੁੱਖ ਦਿੱਤਾ, ਬਾਕੀ ਕਹਿੰਦਾ ਏਦਾਂ ਜੇ ਜਾਨ ਨੂੰ ਹੀ ਦੁੱਖ ਦਿੱਤਾ, ਭੁੱਖੇ ਹੀ ਮਰ ਗਏ। ਆਪਣੀ ਜਾਨ ਨੂੰ ਕਹਿੰਦਾ ਦੁੱਖ ਦੇਵੇ, ਭਲਾ ਉਹ ਕਾਨੇ ਵਾਂਗ ਆਪਣਾ ਸਿਰ ਝੁਕਾਵੇ ਅਤੇ ਤੱਪੜ ਅਤੇ ਸੁਆਹ ਵਿੱਚ ਵਿਛਾਵੇ। ਭਲਾ ਕਹਿੰਦਾ ਮੈਨੂੰ ਵਰਤ ਆਖਾਂਗਾ? ਖੁਦਾ ਕਹਿੰਦਾ ਭਲਾ ਇਹਨੂੰ ਮੈਂ ਵਰਤ ਆਖਾਂਗਾ ਵੀ ਤੁਸੀਂ ਇੱਕ ਦਿਨ ਭੁੱਖੇ ਮਰ ਗਏ, ਇੱਕ ਦਿਨ ਤੁਸੀਂ ਭੁੱਖੇ ਮਰ ਗਏ, ਉਹਦੇ ਵਿੱਚ ਕੋਈ ਰੀਜ਼ਨ ਨਹੀਂ ਤੁਹਾਡਾ, ਕੋਈ ਮਤਲਬ ਨਹੀਂ, ਕੋਈ ਕਿਸੇ ਗੱਲ ਲਈ ਦੁਆ ਰੱਖੀ ਨਹੀਂ, ਅਸੀਂ ਤਾਂ ਜੀ ਰੋਜ਼ਾ ਰੱਖਿਆ ਉਹਦੇ ਚ ਮਤਲਬ ਨਹੀਂ, ਅਸੀਂ ਇਹ ਦੁਆ ਦਾ ਤਾਂ ਕੋਈ ਵਿਸ਼ਾ ਨਹੀਂ ਰੱਖਿਆ ਖੁਦਾ ਦੇ ਅੱਗੇ। ਜੇ ਜੁਨਾ ਨਬੀ ਦੇ ਸਮੇਂ ਦੇ ਉੱਤੇ ਉਹਨੇ ਤੱਪੜ ਵਿਛਾਏ ਆ, ਸੁਆਹ ਮਲੀਆ, ਸੁਆਹ ਚ ਬੈਠੇ ਆ, ਉਹਨੇ ਸਾਰਿਆਂ ਨੇ ਹਰ ਜੀਵ ਜੰਤੂ ਜਿੰਨੇ ਵੀ ਉਸ ਮੁਲਕ ਦੇ ਲੋਕ ਸੀਗੇ, ਜਿੰਨੇ ਉਹਨਾਂ ਦੇ ਜਾਨਵਰ ਵੀ ਸੀਗੇ, ਉਹਨਾਂ ਸਾਰਿਆਂ ਦਾ ਰੋਜ਼ਾ ਰਖਾਇਆ ਉਹਨੇ। ਉਹ ਇੱਕ ਰੀਜਨ ਲਈ ਰਖਾਇਆ, ਜਿਹੜਾ ਰੀਜਨ ਖੁਦਾਵੰਦ ਨੇ ਕਿਹਾ ਸੀ 40 ਦਿਨਾਂ ਦੇ ਵਿੱਚ ਮੈਂ ਇਹਨੂੰ ਖਤਮ ਕਰ ਦਾਂਗਾ। ਖੁਦਾ ਦਾ ਕਰੋਪ ਉਹਨਾਂ ਤੇ ਆਉਣ ਵਾਲਾ ਸੀਗਾ, ਉਹਨਾਂ ਨੇ ਮਿਹਨਤ ਕੀਤੀ, ਕਿਉਂਕਿ ਇਹਦੇ ਵਿੱਚ ਵੀ ਕਿਤੇ ਜੁਨਾ ਨਬੀ ਦੇ ਉੱਤੇ ਕਿਤੇ ਖੁਦਾ ਨੇ ਚਾਹਿਆ ਤਾਂ ਇਹਦੇ ਉੱਤੇ ਵੀ ਗੱਲ ਕਰਾਂਗੇ। ਉਸ ਵੇਲੇ ਕੀ ਗੱਲ ਸੀ ਉੱਥੇ, ਕਿਉਂ ਖੁਦਾ ਉਹਨੂੰ ਖਤਮ ਕਰਨਾ ਚਾਹੁੰਦਾ ਸੀ। ਅੱਜ ਆਪਾਂ ਹੌਲੀ ਹੌਲੀ ਥੋੜਾ ਟੱਚ ਕਰਕੇ ਆਪਾਂ ਆਪਣੇ ਟਰੈਕ ਤੇ ਰਵਾਂਗੇ ਰੋਜ਼ੇ ਦੇ ਉੱਤੇ। ਪਰ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਾਫ਼-ਸਾਫ਼ ਕਿਹਾ, ਅਗਲੀ ਵਾਰ ਨੂੰ ਸਿੱਖਾਂਗੇ ਅੱਗੇ ਕੀ ਹੋਣਾ ਆ ਔਰ ਰੋਜ਼ੇ ਕਿੰਨੇ ਆ, ਕੀ ਗੱਲ ਹੈ। ਪਰ ਅੱਜ
ਖੁਦਾ ਸਾਨੂੰ ਅੱਜ ਲਈ ਇਹ ਜ਼ਰੂਰ ਕਹਿੰਦਾ, ਭਲਾ ਅੱਜ ਜੇ ਤਾਂ ਬਰਾਤੀਆਂ ਦੇ ਨਾਲ ਲਾੜੇ ਦੇ ਨਾਲ ਲਾੜਾ ਹੈਗਾ ਤਾਂ ਸਾਨੂੰ ਮਾਤਮ ਕਰਨ ਦੀ ਲੋੜ ਨਹੀਂ ਹੈਗੀ। ਜੇ ਲਾੜਾ ਬਰਾਤੀਆਂ ਦੇ ਨਾਲ ਨਹੀਂ, ਫਿਰ ਮਾਤਮ ਕਰੋ। ਏਦਾਂ ਦਾ ਮਾਤਮ ਬਿਨਾ ਕਰੋ ਜਿੱਦਾਂ ਦਾਨੀਅਲ ਨੇ ਕਿਹਾ ਵੀ ਕੱਲਾ ਮੀਟ ਹੀ ਨਾ ਖਾਓ, ਕੱਲੀ ਸ਼ਰਾਬ ਹੀ ਨਾ ਪੀਓ, ਕੱਲਾ ਤੇਲ ਹੀ ਨਾ ਮਲੋ, ਕੱਲਾ ਨਾ ਕਰੋ, ਐ ਨਹੀਂ। ਫਿਰ ਜੇ ਅਸੀਂ ਰੋਜ਼ਾ ਰੱਖਦੇ ਆ, ਜੇ ਰੋਜ਼ਾ ਰੱਖਦੇ ਆ, ਇੱਕ ਤੇ ਸਿੱਖਾਂਗੇ ਖੁਦਾ ਦੇ ਕਲਾਮ ਦੇ ਵਿੱਚ ਅਸੀਂ ਰੋਜ਼ਾ ਰੱਖਣਾ ਕਿੱਦਾਂ। ਅਸੀਂ ਅੱਜ ਸੱਚਮੁੱਚ ਜੇ ਯੂਹੰਨਾ ਦੇ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਜਾ ਕੇ ਪੁੱਛਿਆ ਤਾਂ ਉਹਨੇ ਦੱਸਿਆ ਵੀ, ਕਹਿੰਦਾ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ, ਅੱਜ ਜਿਨ੍ਹਾਂ ਦੇ ਨਾਲ ਲਾੜਾ ਹੈਗਾ ਉਹਨਾਂ ਨੂੰ ਮਾਤਮ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਹਾਂ ਤੁਸੀਂ ਰੋਜ਼ੇ ਆਪਣੀ ਪਰਸਨਲ ਗੱਲ ਲਈ ਰੱਖ ਸਕਦੇ ਆ, ਐ ਨਹੀਂ ਰੀਤ ਨਹੀਂ, ਰਿਵਾਜ ਨਹੀਂ ਬਈ ਆ ਹੁਣ ਜੀ 5 ਤਰੀਕ ਨੂੰ ਰਾਖ ਵਾਲਾ ਰੋਜ਼ਾ ਸੀ, ਇੱਥੋਂ ਰੋਜ਼ੇ ਸ਼ੁਰੂ ਹੋ ਗਿਆ ਜੀ, ਅਸੀਂ 40 ਰੋਜ਼ੇ ਰੱਖਣੇ ਹੀ ਆ। ਇਹ ਤੁਹਾਡੀ ਸੋਚ ਹੈ, ਰੱਖਣੇ ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਗੱਲ ਹੈ ਰੋਜ਼ੇ ਰੱਖਣੇ, ਪਰ ਖੁਦਾ ਦਾ ਕਲਾਮ ਇਹ ਕਹਿੰਦਾ ਰੀਤ ਰਿਵਾਜ ਦੇ ਮਗਰ ਨਾ ਲੱਗੋ। ਤੁਹਾਡੇ ਵਿੱਚ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਤੁਹਾਡੇ ਤੋਂ ਫਿਰ ਉਹ 10 ਹੁਕਮ ਤੁਹਾਡੇ ਤੋਂ ਦੂਰ ਰਹਿਣ। ਇਹ ਖੁਦਾ ਦੇ ਕਲਾਮ ਅਨੁਸਾਰ ਜੇ ਅਸੀਂ ਚੱਲਦੇ ਹਾਂ ਤਾਂ ਖੁਦਾ ਦਾ ਕਲਾਮ ਸਾਨੂੰ ਸਾਫ਼ ਵਾਰਨਿੰਗ ਦਿੰਦਾ ਕਿ ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਉਹਨਾਂ ਨੂੰ ਸੋਗ ਕਰਨ ਦੀ ਲੋੜ ਨਹੀਂ। ਜੇ ਅਸੀਂ ਬਰਾਤ ਜਾਂਦੇ ਹਾਂ ਜਿੱਥੇ ਸੋਗ ਕਰਦੇ ਹਾਂ ਤੇ ਸਾਨੂੰ ਅਗਲਾ ਢੁੰਡਰ ਕੁੱਟ ਕੇ ਬਾਹਰ ਕੱਢੂਗਾ। ਜੇ ਅਸੀਂ ਬਰਾਤ ਵਿੱਚ ਜਾਂਦੇ ਆ ਫਿਰ ਅਸੀਂ ਉੱਥੇ ਖੁਸ਼ੀ ਜ਼ਾਹਰ ਕਰਦੇ ਆ, ਜੱਫੀਆਂ ਪਾਉਂਦੇ ਆ, ਇੱਕ ਦੂਜੇ ਨੂੰ ਮਿਲਦੇ ਆ, ਵਧੀਆ ਕੱਪੜੇ ਪਾ ਕੇ ਵਧੀਆ ਸਾਰਾ ਕੁਝ ਕਰਕੇ ਮਿਲਦੇ ਆ, ਸਾਰਾ ਕੁਝ ਕਰਦੇ ਆ। ਅਸੀਂ ਆਪਣੀ ਖੁਸ਼ੀ ਦਾ ਜ਼ਾਹਰ ਕਰਦੇ ਆ, ਦੂਜੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਆ। ਜੇ ਅਸੀਂ ਮਾਤਮ ਵਾਲੇ ਘਰ ਜਾਂਦੇ ਤੇ ਫਿਰ ਮਾਤਮ ਵਾਲੇ ਕੱਪੜੇ ਪਾ ਕੇ ਔਰ ਮੂੰਹ ਆਪਣੇ ਢਿੱਲੇ ਕਰਕੇ ਆਪਾਂ ਇਦਾਂ ਬਹਿੰਦੇ ਆ ਵੀ ਜਿੱਦਾਂ ਉਹਨਾਂ ਦਾ ਨਹੀਂ ਕੋਈ ਸਾਡੇ ਕਿਸੇ ਦੀ ਫੌਤਗੀ ਹੋਈ ਹੁੰਦੀ ਆ। ਅਸੀਂ ਜਿਨ੍ਹਾਂ ਦੇ ਘਰ ਜਾਂਦੇ ਇਹ ਅਲੱਗ-ਅਲੱਗ ਗੱਲਾਂ ਨੇ। ਜੇ ਅਸੀਂ ਫੌਤਗੀ ਵਾਲੇ ਘਰ ਗੀਤ ਗਾਉਣੇ ਸ਼ੁਰੂ ਕਰ ਦਈਏ ਜਾਂ ਸ਼ਾਦੀ ਵਾਲੇ ਘਰ ਮਾਤਮ ਕਰਨਾ ਸ਼ੁਰੂ ਕਰ ਦਈਏ, ਫਿਰ ਸਾਡੇ ਖੁਦਾ ਵੱਲੋਂ ਵੀ ਅਸੀਂ ਲੋਕਾਂ ਵੱਲੋਂ ਵੀ ਅਸੀਂ ਉਹ ਸਹੀ ਨਹੀਂ। ਇਸ ਕਰਕੇ ਅੱਜ ਤੁਹਾਡੇ ਹੱਥ ਵਿੱਚ ਹੈ ਤੁਸੀਂ ਕਿੱਦਾਂ ਕਰਨੀ। ਤੁਹਾਡੇ ਆਪਣੇ ਹੱਥ ਵਿੱਚ ਆ। ਖੁਦਾ ਦਾ ਕਲਾਮ ਤੁਹਾਨੂੰ ਦੱਸਦਾ ਖੁਦਾ ਦਾ ਕਲਾਮ ਕੀ ਕਹਿੰਦਾ। ਜੇ ਰੋਜ਼ਾ ਅੱਜ ਖੁਦਾ ਕਹਿੰਦਾ ਵੀ ਜਿੰਨਾ ਚਿਰ ਲਾੜਾ ਬਰਾਤੀਆਂ ਦੇ ਨਾਲ ਹੈ ਉਹਨਾਂ ਨੂੰ ਮਾਤਮ ਕਰਨ ਦੀ ਲੋੜ ਨਹੀਂ ਹੈਗੀ। ਜੇ ਅੱਜ ਤੁਹਾਨੂੰ ਲੱਗਦਾ ਪ੍ਰਭੂ ਯਿਸੂ ਮਸੀਹ ਔਰ ਪਵਿੱਤਰ ਆਤਮਾ ਦੁਆਰਾ ਜੇ ਸਾਡੇ ਨਾਲ ਆ, ਫਿਰ ਸਾਨੂੰ ਮਾਤਮ ਕਰਨ ਦੀ ਲੋੜ ਨਹੀਂ। ਫਿਰ ਸਾਨੂੰ ਇਹਨਾਂ ਰੀਤੀ ਰਿਵਾਜਾਂ ਵਾਲੇ ਰੋਜ਼ੇ ਰੱਖਣ ਦੀ ਲੋੜ ਨਹੀਂ। ਸਾਨੂੰ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਦੇ ਕਲਾਮ ਨੂੰ ਦਿਲ 'ਚ ਬਿਠਾ ਕੇ ਉਹਨੂੰ ਆਪਣੇ ਦਿਲ ਦੇ ਵਿੱਚ ਲਕਸ਼ ਕਰਨ ਦੀ ਲੋੜ ਆ। ਅੱਜ ਖੁਦਾ ਦਾ ਕਲਾਮ, ਇਹਦੀ ਜਿਹੜੀ ਤਾਲੀਮ ਆ, ਉਹ ਖੁਦਾ ਦਾ ਕਲਾਮ ਦੋ ਧਾਰੀ ਤਲਵਾਰ ਹੈ। ਜਿੱਦਾਂ ਜਿਹਨੂੰ ਗਾਈਡ ਕਰਦਾ ਖੁਦਾ, ਜਿਹਨੂੰ ਜਿਸ ਤਰੀਕੇ ਨਾਲ ਗਾਈਡ ਕਰਦਾ ਉਸ ਤਰੀਕੇ ਨਾਲ ਕਰਦਾ, ਪਰ ਦਾਨੀਅਲ ਵਾਲੇ ਤਰੀਕੇ ਨਾਲ ਖੁਦਾ ਦੇ ਅੱਗੇ ਨਾ ਜਾਓ। ਜੇ ਉਹ ਸੋ ਕੀਤਾ ਉਹਨੇ ਜਾਂ ਉਹਨੇ ਕਿਹੜੀਆਂ ਚੀਜ਼ਾਂ ਨਹੀਂ ਖਾਧੀਆਂ, ਏਦਾਂ ਨਹੀਂ। ਜੇ ਅਸੀਂ ਰੋਜ਼ਾ ਰੱਖਿਆ, ਉਹ ਜੇ ਰੋਜ਼ਾ ਰੱਖਿਆ ਉਹਦੇ ਵਿੱਚ ਸਾਡੀਆਂ ਅੱਖਾਂ ਦਾ, ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਦਾ ਰੋਜ਼ਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਵੀ ਸਾਡੀਆਂ ਅੱਖਾਂ ਕੁਛ ਵੀ ਗਲਤ ਦੇਖਣਾ ਹੀ ਨਾ। ਦੂਜੀ ਗੱਲ, ਸਾਡੇ ਦਿਲ ਦਾ ਰੋਜ਼ਾ ਹੋਣਾ ਚਾਹੀਦਾ। ਦਿਲ ਦੇ ਵਿੱਚ ਤੁਹਾਡੇ ਕੋਈ ਨਾ ਗੰਦਾ ਖਿਆਲ, ਨਾ ਕਿਸੇ ਲਈ ਬੁਰਾਈ, ਨਾ ਕਿਸੇ ਲਈ ਨਫ਼ਰਤ, ਨਾ ਈਰਖਾ, ਨਾ ਕੁਛ ਏਦਾਂ ਦੀ ਚੀਜ਼ ਆਉਣੀ ਨਹੀਂ ਚਾਹੀਦੀ। ਤੁਹਾਡੇ ਹੱਥਾਂ ਦਾ ਰੋਜ਼ਾ ਹੋਣਾ ਚਾਹੀਦਾ। ਤੁਹਾਡੇ ਹੱਥ ਕੁਛ ਵੀ ਗਲਤ ਨਾ ਕਰਨ। ਤੇ ਪੈਰਾਂ ਦਾ ਰੋਜ਼ਾ ਹੋਣਾ ਚਾਹੀਦਾ। ਕੋਈ ਇਹ ਵੀ ਨਹੀਂ ਰਾਤੀ ਸਰਵਨ ਮਸੂਦ ਸਾਹਿਬ ਦੱਸਦੇ ਬਈ ਜਿੱਦਾਂ ਬੰਦਾ ਸੌ ਗਿਆ ਜੀ ਹੁਣ ਆਪਾਂ 9 ਵਜੇ ਰੋਜ਼ਾ ਖੋਲਣਾ ਤੇ 8 ਵਜੇ ਸੁੱਤੇ ਪਏ ਉੱਠੋ, ਏਦਾਂ ਦਾ ਵੀ ਨਹੀਂ ਹੋਣਾ ਚਾਹੀਦਾ। ਔਰ ਜਿੰਨਾ ਚਿਰ ਰੱਖਿਆ ਉਨਾ ਚਿਰ ਖੁਦਾ ਦੇ ਨਾਲ ਟਾਈਮ ਸਪੈਂਡ ਕਰੋ, ਖੁਦਾ ਦੀ ਹਜ਼ੂਰੀ 'ਚ ਬੈਠੋ, ਖੁਦਾ ਦੇ ਨਾਲ ਰਾਬਤਾ ਰੱਖੋ, ਖੁਦਾ ਦੇ ਨਾਲ ਗੱਲਬਾਤ ਕਰੋ, ਖੁਦਾ ਦੇ ਨਾਲ ਖੁਦਾ ਦੇ ਦੁਆਵਾਂ 'ਚ ਬੈਠੇ ਰਹੋ। ਔਰ ਜਿੰਨਾ ਚਿਰ ਤੁਸੀਂ ਆਪਣੇ ਘਰ ਵਿੱਚ ਆਪਣੇ ਘਰ ਦੇ ਮੈਂਬਰਾਂ ਦੇ ਵਿੱਚ ਖੁਦਾ ਦੀ ਬਾਣੀ ਅਨੁਸਾਰ ਚੱਲੋ। ਔਰ ਸੱਚਮੁੱਚ ਕੁਛ ਏਦਾਂ ਨਹੀਂ, ਫਿਰ ਖੁਦਾ ਜਿੱਦਾਂ ਅਗਲੇ ਹਫਤੇ ਫਿਰ ਅਗਲੀ ਨੈਕਸਟ ਐਪੀਸੋਡ ਦੇ ਵਿੱਚ ਜੋ ਖੁਦਾ ਸਾਨੂੰ ਤਾਲੀਮ ਦਊਗਾ ਅਸੀਂ ਉਹਦੇ ਵਿੱਚੋਂ ਸਿੱਖਾਂਗੇ। ਅੱਜ ਖੁਦਾ ਸਾਨੂੰ ਕਹਿੰਦਾ ਵੀ ਜਾਂ ਲਾੜਾ ਬਰਾਤੀਆਂ ਦੇ ਨਾਲ ਆ, ਉਹਨਾਂ ਨੂੰ ਰੋਜ਼ਾ ਰੱਖਣ ਦੀ ਕੋਈ ਲੋੜ ਨਹੀਂ, ਮਾਤਮ ਕਰਨ ਦੀ ਲੋੜ ਨਹੀਂ। ਔਰ ਜੇ ਅਸੀਂ ਰੋਜ਼ਾ ਰੱਖਦੇ ਫਿਰ ਅਗਲੀ ਵਾਰ ਜਦੋਂ ਮੌਕਾ ਖੁਦਾ ਦੇਊਗਾ ਫਿਰ ਆਪਾਂ ਸਿੱਖਾਂਗੇ ਵੀ ਉਹਦੇ ਵਿੱਚ ਖੁਦਾ ਸਾਨੂੰ ਹੁਣ ਕੀ ਕਹਿੰਦਾ। ਅਸੀਂ ਇਹਨਾਂ ਬਚਨਾਂ ਦੁਆਰਾ ਖੁਦਾ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਤੌਫੀਕ ਦੇਵੇ, ਸਮਝ ਦੇਵੇ ਕਿ ਅਸੀਂ ਰੋਜ਼ੇ ਬਾਰੇ 'ਚ ਹੋਰ ਗਹਿਰਾਈ ਨਾਲ ਸਿੱਖ ਸਕੀਏ। ਸਾਰਿਆਂ ਨੂੰ ਜੈ ਮਸੀਹ ਦੀ।